ਤੁਸੀਂ ਦੱਸਦੇ ਹੁੰਦੇ ਹੋ ਕਿ ਫਿਲਮ ਇੰਡਸਟਰੀ ਦੇ ਵਿੱਚ ਤੁਸੀਂ ਆਉਣਾ ਨਹੀਂ ਚਾਹੁੰਦੇ ਸੀ ਪਰ ਆਏ। ਹੁਣ ਤੁਸੀਂ ਸਿਆਸਤ ਦੇ ਵਿੱਚ ਆਏ ਹੋ, ਕਿ ਤੁਸੀਂ ਆਉਣਾ ਚਾਹੁੰਦੇ ਸੀ ਜਾਂ ਇਹ ਵੀ ਇਤਫਾਕ ਹੀ ਬਣੀ? ਫਿਲਮ ਲਾਈਨ 'ਚ ਆਉਣਾ ਨਹੀਂ ਚਾਹੁੰਦੇ ਸੀ, ਬਸ ਜ਼ਰੂਰ ਆਏ ਆ। ਬਟ ਇੱਥੇ ਥੋੜਾ ਜਿਹਾ ਇਸ ਤਰ੍ਹਾਂ ਨਹੀਂ ਸੋਚ ਸਕਦੇ ਕਿ ਪ੍ਰੀ ਪਲਾਨ ਆ ਕੁਝ, ਸਿਰਫ ਸੰਜੋਗ ਬਣਿਆ ਤੇ ਆਪਾਂ ਜੁਆਇਨ ਕੀਤੀ ਆ ਪਾਰਟੀ, ਦਿਲੋਂ ਜੁਆਇਨ ਕੀਤੀ। ਜਿਵੇਂ ਕਿਹਾ ਜਾਂਦਾ ਹੈ ਕਿ ਜਦੋਂ ਵੀ ਕੋਈ ਵਿਅਕਤੀ ਕੋਈ ਪਾਰਟੀ 'ਚ ਸ਼ਾਮਿਲ ਹੁੰਦਾ ਤਾਂ ਕਿਸੇ ਨਾ ਕਿਸੇ ਸ਼ਰਤ ਤੇ ਹੁੰਦਾ, ਕਿਸੇ ਅਹੁਦੇ ਲਈ ਹੁੰਦਾ, ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੀ ਇਸ ਸ਼ਰਤ ਤੇ ਜਿਹੜੇ ਸ਼ਾਮਿਲ ਹੋਏ ਹੋ ਆਮ ਆਦਮੀ ਪਾਰਟੀ ਦੇ? ਦੇਖੋ, ਸੇਵਾ ਭਾਵਨਾ ਕੋਈ ਸ਼ਰਤਾਂ ਨਾਲ ਨਹੀਂ ਕੀਤੀ ਜਾਂਦੀ ਜੀ। ਤੇ ਤੁਹਾਨੂੰ ਮੇਰੇ ਨੇਚਰ ਦਾ ਪਹਿਲਾਂ ਤੋਂ ਪਤਾ, ਤੁਸੀਂ ਕਈ ਸਾਲਾਂ ਤੋਂ ਮੈਨੂੰ ਜਾਣਦੇ ਹੋ ਕਿ ਸ਼ਰਤਾਂ ਦੇ ਉੱਤੇ ਨਾ ਮੈਂ ਕਦੇ ਸੇਵਾ ਕੀਤੀ ਹੈ ਤੇ ਨਾ ਕਰਨੀ ਆ। ਤੇ ਕਈ ਵਾਰ ਹੁੰਦਾ ਹੈ ਕਿ ਬੰਦੇ ਦਾ ਇੱਕ ਜ਼ਮੀਰ ਹੁੰਦਾ ਜਿਹੜਾ ਬੰਦੇ ਨੇ ਆਪਣੀ ਜ਼ਮੀਰ ਦੀ ਸੁਣਨੀ। ਅੱਛਾ, ਜਿਵੇਂ ਜਦ ਪਿਛਲੀ ਵਾਰ ਲੋਕਡਾਊਨ ਲਾਇਆ ਸੀ ਤਾਂ ਬਹੁਤ ਸਾਰਾ ਨੁਕਸਾਨ ਫਿਲਮ ਇੰਡਸਟਰੀ ਦਾ ਹੋਇਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਖੁੱਲਣ ਤੋਂ ਪਹਿਲਾਂ ਹੀ ਜਿਹੜੀਆਂ ਫਿਲਮਾਂ ਲੱਗਣ ਤੋਂ ਪਹਿਲਾਂ ਹੀ ਸਿਨੇਮਾ ਘਰ ਫਿਰ ਤੋਂ ਬੰਦ ਹੋ ਗਏ ਨੇ, ਉਸ ਚੀਜ਼ ਨੂੰ ਕਿਵੇਂ ਦੇਖਦੇ? ਓਬਵੀਅਸਲੀ ਨੁਕਸਾਨ ਤੇ ਹਰ ਵਰਗ ਦਾ ਹੋਇਆ, ਕੱਲਾ ਸਿਨੇਮਾ ਦਾ ਨਹੀਂ ਹੋਇਆ, ਹਰ ਵਰਗ ਦਾ ਹੋ ਰਿਹਾ ਜੀ। ਇਹ ਇੱਕ ਮਹਾਮਾਰੀ ਆ ਜਿਹੜੀ ਸਾਰਿਆਂ ਦੇ ਉੱਤੇ ਆਈ ਆ। ਇਹ ਕਿਸੇ ਦੇ ਨਾ ਤਾਂ ਕਿਸੇ ਤੋਂ ਲਿਆਂਦੀ ਗਈ ਆ ਜੀ, ਨਾ ਥੋਪੀ ਗਈ ਆ। ਇਹ ਕੁਦਰਤੀ ਆਫਤ ਆ ਜਿਹੜੀ ਸਾਡੇ ਤੇ ਪਈ ਆ ਜੀ, ਜਿਹੜਾ ਕਿਸੇ ਨੇ ਵੀ ਨਹੀਂ ਭੁਲਾਈ ਸੀ। ਤੁਹਾਡੇ ਕੋਲ ਹੋਰ ਵੀ ਹੋਣਗੀਆਂ, ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਤੌਰ ਤੇ ਹੋਵੇ, ਭਾਵੇਂ ਕਾਂਗਰਸ ਪਾਰਟੀ ਦੇ ਵਿੱਚ ਹੋਵੇ। ਇਹਨਾਂ ਪਾਰਟੀਆਂ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਫਰਕ ਤੁਹਾਨੂੰ ਕੀ ਲੱਗਿਆ ਕਿ ਇਸ ਪਾਰਟੀ ਦੇ ਵਿੱਚ ਸ਼ਾਮਿਲ ਹੋ ਕੇ ਜਿਹੜੀ ਲੋਕਾਂ ਦੀ ਸੇਵਾ ਕੀਤੀ ਜਾ ਸਕੇ? ਮੈਂ ਹੁਣ ਤੱਕ ਇਹਨਾਂ ਸਰਕਾਰਾਂ ਦੇ ਰਾਜ ਵਿੱਚ ਰਹੀ ਆ। ਇਹਨਾਂ ਦੋਨਾਂ ਪਾਰਟੀਆਂ ਨੇ ਬਹੁਤ ਰਾਜ ਕੀਤਾ ਜੀ, ਕੰਮ ਵੀ ਕੀਤੇ ਨੇ, ਪਰ ਬਹੁਤ ਜ਼ਿਆਦਾ ਜਿਹੜਾ ਮਤਲਬ ਮੈਨੂੰ ਚੇਂਜਸ ਲੱਗੀ ਆ, ਜਿਹੜੀ ਇੱਕ ਆਮ ਇਨਸਾਨ ਦੀ ਗੱਲ ਕਰਦੀ ਸਰਕਾਰ ਲੱਗੀ ਆ, ਤਾਂ ਉਹ ਮੈਨੂੰ ਆਮ ਆਦਮੀ ਲੱਗੀ ਆ। ਮੈਨੂੰ ਲੱਗਿਆ ਕਿ ਸਾਨੂੰ ਇਸ ਪਾਰਟੀ ਦੇ ਨਾਲ ਜੁੜ ਕੇ ਅਸੀਂ ਵੱਧ ਤੋਂ ਵੱਧ ਸੇਵਾ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਟੀਵੀ ਲਾਈਵ ਟਾਕ ਪ੍ਰੋਗਰਾਮ ਦੇ ਵਿੱਚ ਹਾਰਦਿਕ ਸਵਾਗਤ ਹੈ। ਅੱਜ ਪ੍ਰੋਗਰਾਮ ਤਕਨੀਕੀ ਸਮੱਸਿਆ ਕਾਰਨ ਥੋੜਾ ਨਹੀਂ ਬਹੁਤ ਜ਼ਿਆਦਾ ਲੇਟ ਹੋ ਗਿਆ, ਉਸ ਦੇ ਲਈ ਅਸੀਂ ਤੇ ਮਾਫੀ ਮੰਗਦੇ ਹਾਂ ਆਪਣੇ ਦਰਸ਼ਕਾਂ ਤੋਂ, ਸਾਰੇ ਦਰਸ਼ਕਾਂ ਤੋਂ ਜੋ ਵੀ ਸਾਡੇ ਨਾਲ ਜੁੜਦੇ ਨੇ। ਲਗਾਤਾਰ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜੁੜਦੇ ਹੋ, ਸਾਰਿਆਂ ਤੋਂ ਹੱਥ ਜੋੜ ਕੇ ਮਾਫੀ ਹੈ ਜਿਹੜਾ ਸਮਾਂ ਲੇਟ ਹੋਇਆ। ਤੇ ਅੱਜ ਦੇ ਜਿਹੜੇ ਖਾਸ ਮੁੱਦੇ ਰਹਿਣਗੇ ਉਹਨਾਂ ਤੇ ਆਉਣੇ ਆ ਬਾਅਦ ਦੇ ਵਿੱਚ, ਪਰ ਪਹਿਲਾਂ ਸੂਚਨਾ ਦੇ ਦਈਏ ਕਿ ਅੱਜ ਅਦਾਕਾਰਾ ਤੇਜੀ ਸੰਧੂ ਸਾਡੇ ਨਾਲ ਮੌਜੂਦ ਰਹਿਣਗੇ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਉੱਤੇ ਗੱਲਬਾਤ ਕਰ ਲਈ। ਅੱਜ ਦੇ ਜੇਕਰ ਹਾਲਾਤਾਂ ਦੀ ਗੱਲ ਕੀਤੀ ਜਾਵੇ, ਅੱਜ ਦੇ ਵੱਡੇ ਮੁੱਦਿਆਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਇੱਕ ਬਹੁਤ ਹੀ ਦੁਖਦਾਈ ਖਬਰ ਆਈ ਹੈ, ਜਿਸ ਦੇ ਵਿੱਚ ਇੱਕ ਪਿੰਡ ਦੇ ਵਿੱਚ ਇੱਕ ਨਹੀਂ ਦੋ ਨਹੀਂ ਕਰੀਬ 20-22 ਮੌਤਾਂ ਹੋਈਆਂ ਨੇ। ਉਸ ਖਬਰ ਨੂੰ ਵੀ ਤੁਹਾਡੇ ਨਾਲ ਨਿਰਪੱਖਤਾ ਦੇ ਨਾਲ ਸਾਂਝੀ ਕਰਾਂਗੇ। ਦੂਸਰੇ ਪਾਸੇ ਆਸਟ੍ਰੇਲੀਆ ਤੋਂ ਇੱਕ ਚੰਗੀ ਖਬਰ ਹੈ, ਪੰਜਾਬੀਆਂ ਦੇ ਲਈ ਰਾਹਤ ਭਰੀ ਖਬਰ ਆਈ ਹੈ, ਕਿਉਂਕਿ ਕਈ ਬੁਰੀਆਂ ਖਬਰਾਂ ਆਸਟ੍ਰੇਲੀਆ ਤੋਂ ਲਗਾਤਾਰ ਸਾਹਮਣੇ ਆ ਰਹੀਆਂ ਸਨ। ਇਸ ਖਬਰਾਂ ਤੇ ਬਾਅਦ ਦੇ ਵਿੱਚ ਆਉਂਦੇ ਆ, ਪਰ ਪਹਿਲਾਂ ਜਿਹੜੇ ਸਾਡੇ ਨਾਲ ਅੱਜ ਖਾਸ ਮਹਿਮਾਨ ਰਹਿਣਗੇ ਉਹ ਤੇਜੀ ਸੰਧੂ ਰਹਿਣਗੇ, ਉਹਨਾਂ ਦਾ ਸਵਾਗਤ ਕਰ ਦਿੰਦੇ ਆ। ਤੇਜੀ ਸੰਧੂ ਮੈਮ, ਸਵਾਗਤ ਹੈ ਜੀ ਲਾਈਵ ਟਾਕ ਪ੍ਰੋਗਰਾਮ ਦੇ ਵਿੱਚ ਜੀ। ਸਤਿ ਸ਼੍ਰੀ ਅਕਾਲ ਜੀ। ਲਾਈਵ ਟਾਕ ਦੇਖਦੇ ਸਾਰੇ ਸਰੋਤਿਆਂ ਨੂੰ ਤੇਜੀ ਸੰਧੂ ਵੱਲੋਂ ਤੇ ਆਮ ਆਦਮੀ ਪਾਰਟੀ ਵੱਲੋਂ ਸਤਿ ਸ਼੍ਰੀ ਅਕਾਲ ਜੀ। ਸੰਧੂ ਸਾਹਿਬ, ਪਹਿਲਾਂ ਤਾਂ ਗੱਲ ਇਹ ਹੈ ਕਿ ਆਪਣੀ ਗੱਲਬਾਤ ਬਹੁਤ ਲੰਬੇ ਸਮੇਂ ਬਾਅਦ ਹੋ ਰਹੀ ਹੈ, ਪਰ ਹੁਣ ਨਵੀਂ ਅਪਡੇਟ ਤੁਹਾਡੀ ਜ਼ਿੰਦਗੀ ਦੇ ਵਿੱਚ ਐਡ ਹੋਈ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਹੋ। ਉਸ ਦੇ ਲਈ ਬਹੁਤ-ਬਹੁਤ ਤੁਹਾਨੂੰ ਵਧਾਈਆਂ। ਜਿਸ ਮਿਸ਼ਨ ਨਾਲ ਤੁਸੀਂ ਉਸ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਹੋ ਉਹ ਜ਼ਰੂਰ ਕਾਮਯਾਬ ਹੋਵੇ। ਜਿਵੇਂ ਕਿ ਸਵਾਲ ਇਹ ਹੈ ਕਿ ਪਹਿਲਾਂ ਮੇਰਾ, ਜਿਵੇਂ ਤੁਸੀਂ ਦੱਸਦੇ ਹੁੰਦੇ ਹੋ ਕਿ ਫਿਲਮ ਇੰਡਸਟਰੀ ਦੇ ਵਿੱਚ ਤੁਸੀਂ ਆਉਣਾ ਨਹੀਂ ਚਾਹੁੰਦੇ ਸੀ ਪਰ ਆਏ। ਹੁਣ ਤੁਸੀਂ ਸਿਆਸਤ ਦੇ ਵਿੱਚ ਆਏ ਹੋ, ਕਿ ਤੁਸੀਂ ਆਉਣਾ ਚਾਹੁੰਦੇ ਸੀ ਜਾਂ ਇਹ ਵੀ ਇਤਫਾਕ ਹੀ ਬਣਿਆ ਜੀ? ਸਭ ਤੋਂ ਪਹਿਲਾਂ ਥੈਂਕ ਯੂ, ਤੁਹਾਡੀਆਂ ਜਿਹੜੀਆਂ ਬੈਸਟ ਵਿਸ਼ੇਸ ਨੇ ਮੇਰੇ ਲਈ ਜੀ। ਤੇ ਇਤਫਾਕ ਹੀ ਹੈ ਜੀ ਇਹ ਵੀ, ਕਿ ਕਹਿੰਦੇ ਨਹੀਂ ਹੁੰਦੇ ਕਿ ਜਦੋਂ ਸਾਡੇ ਸਮਾਜ ਵਿੱਚ ਸਾਨੂੰ ਕੁਝ ਸਹੀ ਨਹੀਂ ਲੱਗਦਾ, ਸਾਡੇ ਦੇਸ਼ ਵਿੱਚ ਕੁਝ ਅਨਜਸਟਿਸ ਹੋ ਰਹੀਆਂ, ਕੁਝ ਚੀਜ਼ਾਂ ਨੂੰ ਦੇਖ ਕੇ ਫਿਰ ਸੋਚਿਆ ਕਿ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਅਸੀਂ ਜਿੰਨਾ ਵੀ ਯੋਗਦਾਨ ਪਾ ਸਕਦੇ ਹਾਂ ਆਪਣੇ ਦੇਸ਼ ਦੇ ਤਾਂ ਆਪਣੇ ਸਮਾਜ ਦੀ ਸੇਵਾ ਦੇ ਲਈ, ਉਹਨਾਂ ਕੁ ਜ਼ਰੂਰ ਕਰੀਏ। ਤੇ ਫਿਲਮ ਲਾਈਨ 'ਚ ਆਉਣਾ ਨਹੀਂ ਚਾਹੁੰਦੇ ਸੀ, ਬਸ ਜ਼ਰੂਰ ਆਏ ਆ। ਬਟ ਇੱਥੇ ਥੋੜਾ ਜਿਹਾ ਇਸ ਤਰ੍ਹਾਂ ਨਹੀਂ ਸੋਚ ਸਕਦੇ ਕਿ ਪ੍ਰੀ ਪਲਾਨ ਆ ਕੁਝ, ਸਿਰਫ ਸੰਜੋਗ ਬਣਿਆ ਤੇ ਆਪਾਂ ਜੁਆਇਨ ਕੀਤੀ ਆ ਪਾਰਟੀ, ਦਿਲੋਂ ਜੁਆਇਨ ਕੀਤੀ ਆ। ਅੱਛਾ, ਜਿਵੇਂ ਕਿਹਾ ਜਾਂਦਾ ਹੈ ਕਿ ਜਦੋਂ ਵੀ ਕੋਈ ਵਿਅਕਤੀ ਕੋਈ ਪਾਰਟੀ 'ਚ ਸ਼ਾਮਿਲ ਹੁੰਦਾ ਤਾਂ ਕਿਸੇ ਨਾ ਕਿਸੇ ਸ਼ਰਤ ਤੇ ਹੁੰਦਾ, ਕਿਸੇ ਅਹੁਦੇ ਲਈ ਹੁੰਦਾ, ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੀ ਇਸ ਸ਼ਰਤ ਤੇ ਜਿਹੜੇ ਸ਼ਾਮਿਲ ਹੋਏ ਹੋ ਆਮ ਆਦਮੀ ਪਾਰਟੀ ਦੇ ਵਿੱਚ ਜੀ? ਦੇਖੋ, ਸੇਵਾ ਭਾਵਨਾ ਕੋਈ ਸ਼ਰਤਾਂ ਨਾਲ ਨਹੀਂ ਕੀਤੀ ਜਾਂਦੀ ਜੀ। ਤੇ ਤੁਹਾਨੂੰ ਮੇਰੇ ਨੇਚਰ ਦਾ ਪਹਿਲਾਂ ਤੋਂ ਪਤਾ, ਤੁਸੀਂ ਕਈ ਸਾਲਾਂ ਤੋਂ ਮੈਨੂੰ ਜਾਣਦੇ ਹੋ ਕਿ ਸ਼ਰਤਾਂ ਦੇ ਉੱਤੇ ਨਾ ਮੈਂ ਕਦੇ ਸੇਵਾ ਕੀਤੀ ਆ ਤੇ ਨਾ ਕਰਨੀ ਆ। ਤੇ ਕਈ ਵਾਰ ਹੁੰਦਾ ਹੈ ਕਿ ਬੰਦੇ ਦਾ ਇੱਕ ਜ਼ਮੀਰ ਹੁੰਦਾ ਜਿਹੜਾ ਬੰਦੇ ਨੇ ਆਪਣੀ ਜ਼ਮੀਰ ਦੀ ਸੁਣਨੀ ਹੁੰਦੀ ਆ। ਤੇ ਮੈਨੂੰ ਲੱਗਿਆ ਕਿ ਮੈਨੂੰ ਇਸ ਪਾਰਟੀ ਨੂੰ ਜੁਆਇਨ ਕਰਕੇ ਜਿਹੜਾ ਮੇਰਾ ਦੇਸ਼ ਆ, ਮੇਰਾ ਸਮਾਜ ਆ, ਮੈਂ ਆਪਣੇ ਲੋਕਾਂ ਦੀ, ਆਪਣੇ ਭੈਣ ਭਰਾਵਾਂ ਦੀ ਸੇਵਾ ਕਰ ਸਕਦੀ ਆ।
ਤੇ ਇਸ ਕਰਕੇ ਜੁੜੀਆਂ, ਮੇਰੀ ਕੋਈ ਸ਼ਰਤ ਨਹੀਂ ਆ ਜੀ, ਮੈਂ ਸਿਰਫ ਸੇਵਾ ਲਈ ਆਈ ਹਾਂ ਜੀ ਤੇ ਸੇਵਾ ਹੀ ਕਰਨਾ ਚਾਹੁੰਦੀ ਹਾਂ। ਅੱਛਾ, ਜਿਵੇਂ ਜਦ ਪਿਛਲੀ ਵਾਰ ਲੋਕਡਾਊਨ ਲਾਇਆ ਸੀ ਤਾਂ ਬਹੁਤ ਸਾਰਾ ਨੁਕਸਾਨ ਫਿਲਮ ਇੰਡਸਟਰੀ ਦਾ ਹੋਇਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਖੁੱਲਣ ਤੋਂ ਪਹਿਲਾਂ ਹੀ ਜਿਹੜੀਆਂ ਫਿਲਮਾਂ ਲੱਗਣ ਤੋਂ ਪਹਿਲਾਂ ਹੀ ਸਿਨੇਮਾ ਘਰ ਫਿਰ ਤੋਂ ਬੰਦ ਹੋ ਗਏ ਨੇ, ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਓਬਵੀਅਸਲੀ ਨੁਕਸਾਨ ਤੇ ਹਰ ਵਰਗ ਦਾ ਹੋਇਆ, ਕੱਲਾ ਸਿਨੇਮਾ ਦਾ ਨਹੀਂ ਹੋਇਆ, ਹਰ ਵਰਗ ਦਾ ਹੋ ਰਿਹਾ ਜੀ। ਇਹ ਇੱਕ ਮਹਾਮਾਰੀ ਆ ਜਿਹੜੀ ਸਾਰਿਆਂ ਦੇ ਉੱਤੇ ਆਈ ਆ, ਇਹ ਕਿਸੇ ਦੇ ਨਾ ਤਾਂ ਕਿਸੇ ਤੋਂ ਲਿਆਂਦੀ ਗਈ ਆ ਜੀ, ਨਾ ਥੋਪੀ ਗਈ ਆ। ਇਹ ਕੁਦਰਤੀ ਆਫਤ ਆ ਜਿਹੜੀ ਸਾਡੇ ਤੇ ਪਈ ਆ ਜੀ, ਜਿਹੜਾ ਕਿਸੇ ਨੇ ਵੀ ਨਹੀਂ ਬੁਲਾਈ ਸੀ ਇਹ ਬਿਮਾਰੀ। ਪਰ ਜੇ ਤੁਸੀਂ ਸੋਚਿਆ ਜਾਵੇ ਵੀ ਹਰ ਫੀਲਡ ਦਾ ਨੁਕਸਾਨ ਹੋਇਆ, ਨਾਟ ਆ ਫਿਲਮ ਲਾਈਨ ਦਾ, ਹਰ ਫੀਲਡ ਦਾ ਨੁਕਸਾਨ ਹੋਇਆ ਤੇ ਕਾਫੀ ਜ਼ਿਆਦਾ ਜਿਹੜਾ ਲਾਸ ਆ ਅਸੀਂ ਝੱਲ ਰਹੇ ਹਾਂ। ਖਾਸ ਕਰਕੇ ਸਾਡਾ ਜਿਹੜਾ ਮੱਧ ਵਰਗੀ ਪਰਿਵਾਰ ਨੇ, ਮੱਧ ਵਰਗੀ ਫੈਮਲੀਆਂ ਨੇ, ਜਾਂ ਛੋਟੇ ਵਿਵਸਾਏ ਵਾਲੇ, ਛੋਟੇ ਵਪਾਰੀ ਬੰਦੇ ਨੇ, ਉਹ ਜ਼ਿਆਦਾ ਇਸ ਦੀ ਮਾਰ ਚ ਆਏ ਨੇ ਜੀ। ਤੇ ਇਸ ਕਰਕੇ ਹਰ ਵਰਗ ਦਾ ਨੁਕਸਾਨ ਹੋਇਆ, ਫਿਲਮ ਲਾਈਨ ਦਾ ਤੇ ਹੋਇਆ ਹੀ ਹੋਇਆ, ਕਾਫੀ ਨੁਕਸਾਨ ਹੋਇਆ ਸਾਰੇ ਵਰਗ ਦੇ। ਅੱਛਾ, ਜਿਵੇਂ ਹੁਣ ਇਸ ਸਮੇਂ ਪਿਛਲੇ ਲੋਕਡਾਊਨ ਦੀ ਜੇਕਰ ਗੱਲ ਛੱਡ ਦਈਏ ਤੇ ਹੁਣ ਜਿਹੜਾ ਲੋਕਡਾਊਨ ਲਾਇਆ ਗਿਆ, ਹੁਣ ਲਗਾਤਾਰ ਵਿਰੋਧ ਹੈ ਉਸ ਲੋਕਡਾਊਨ ਦਾ ਹੋ ਰਿਹਾ, ਭਾਵੇਂ ਉਹ ਵਪਾਰੀ ਵਰਗ ਹੋਵੇ, ਭਾਵੇਂ ਦੁਕਾਨਦਾਰ ਹੋਵੇ, ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ? ਮੈਂ ਖੁਦ ਵਿਰੋਧ ਕਰਦੀ ਹਾਂ ਜੀ ਇਸ ਚੀਜ਼ ਦਾ ਜੀ। ਜ਼ਿੰਦਾ ਰਹਿਣ ਦੇ ਲਈ ਇੱਕ ਹਰ ਇਨਸਾਨ ਨੂੰ ਕੁਝ ਕਹਿੰਦੇ ਨੇ ਹੁੰਦੇ ਕਮਾ ਕੇ ਖਾਣਾ ਪੈਂਦਾ, ਤੇ ਛੋਟੇ ਵਿਵਸਾਏ ਵਾਲੇ ਜਿਹੜੇ ਬੰਦੇ ਨੇ, ਰੋਜ਼ ਕਮਾ ਕੇ ਖਾਣ ਵਾਲੇ ਬੰਦੇ ਨੇ, ਉਹ ਕਿੱਥੋਂ ਖਾਣਗੇ ਜੀ? ਇੱਕ ਸਾਲ ਤੋਂ ਤਕਰੀਬਨ ਅਸੀਂ ਮਤਲਬ ਲਾਸ ਚੱਲ ਰਹੇ ਹਾਂ। ਪਹਿਲਾਂ ਸਾਡੇ ਤੇ ਨੋਟਬੰਦੀ ਥੋਪੀ ਗਈ, ਫਿਰ GST ਥੋਪੀ ਗਈ, ਹਨਾ। ਤੇ ਹੁਣ ਇਸ ਕਰਕੇ ਕਿ ਜਿਹੜਾ ਆਮ ਬੰਦਾ ਹੈ, ਆਮ ਇਨਸਾਨ ਹੈ, ਉਹ ਇਸ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਮੁਸ਼ਕਲ ਵਿੱਚ ਆ। ਤੇ ਤੁਸੀਂ ਸੋਚ ਸਕਦੇ ਹੋ ਕਿ ਅਗਰ ਤੁਸੀਂ ਕਹਿੰਦੇ ਹੋ ਜੀ ਅਸੀਂ ਠੇਕੇ ਖੋਲਤੇ, ਬਟ ਅਸੀਂ ਜਿਹੜਾ ਬੰਦਾ ਰੋਜ਼ ਕਮਾਉਣ ਵਾਲਾ ਹੈ ਜੀ, ਉਹਨੇ ਦੁੱਧ ਖਰੀਦਣਾ ਹੈ, ਦੁੱਧ ਦੀ ਦੁਕਾਨ ਤੇ ਹੈ, ਬਟ ਉਹਦੇ ਕੋਲ ਦੁੱਧ ਖਰੀਦਣ ਲਈ ਪੈਸੇ ਨਹੀਂ ਆ। ਕਿਉਂਕਿ ਉਹਦੇ ਕੋਲ ਛੋਟੇ ਵਿਵਸਾਏ ਵਾਲੇ ਬੰਦੇ ਨੇ, ਫੜੀਆਂ ਵਾਲੇ ਨੇ, ਰੇੜੀਆਂ ਵਾਲੇ ਨੇ, ਜਾਂ ਰਿਕਸ਼ਾ ਚਾਲਕ ਨੇ, ਜਾਂ ਛੋਟੀਆਂ ਦੁਕਾਨਾਂ ਵਾਲੇ ਨੇ, ਉਹ ਕਮਾਉਣਗੇ ਨਹੀਂ ਤਾਂ ਦੁੱਧ ਵੀ ਕਿੱਥੋਂ ਖਰੀਦਣਗੇ? ਤੇ ਮੈਂ ਇਸ ਚੀਜ਼ ਨੂੰ ਸੋਚਦੀ ਹਾਂ ਕਿ ਅਸੀਂ ਮਤਲਬ ਪ੍ਰੋਟੋਕਾਲ ਫੋਲੋ ਕਰਕੇ, ਇੰਸਟਰਕਸ਼ਨਸ ਫੋਲੋ ਕਰਕੇ ਵੀ ਅਸੀਂ ਇਸ ਮਹਾਮਾਰੀ ਨਾਲ ਲੜ ਸਕਦੇ ਹਾਂ। ਕਿਉਂਕਿ ਇਹਦਾ ਕੋਈ ਟਾਈਮ ਪੀਰੀਅਡ ਤਾਂ ਹੈ ਨਹੀਂ ਕਿ ਥੋੜੇ ਟਾਈਮ ਲਈ ਆਈ ਆ ਜੀ ਜਾਂ ਅਗਲੇ ਮਹੀਨੇ ਖਤਮ ਹੋ ਜਾਏਗੀ, ਫਿਰ ਤੇ ਬੰਦਾ ਐਡਜਸਟ ਕਰ ਲੈਂਦਾ। 1 ਸਾਲ ਤੋਂ ਅਸੀਂ ਇਸ ਚੀਜ਼ ਨੂੰ ਫੇਸ ਕਰ ਰਹੇ ਹਾਂ। ਤੇ ਮੇਰੇ ਖਿਆਲ 'ਚ ਮੈਂ ਜਿਹੜੀ ਵੀ ਸ਼ਾਪ 'ਚ ਜਾਂਦੀ ਹਾਂ, ਤਕਰੀਬਨ ਉੱਥੇ ਬਾਹਰ ਹੀ ਬੋਰਡ ਲਾਇਆ ਗਿਆ ਹੈ ਕਿ ਮਾਸਕ ਤੋਂ ਬਿਨਾ ਐਂਟਰੀ ਨਹੀਂ ਆ। ਤੁਸੀਂ ਵੀ ਪੜਿਆ ਹੋਣਾ। ਬਿਲਕੁਲ। ਔਰ ਸੈਕਿੰਡ ਇਹ ਲਿਖਿਆ ਜਾਂਦਾ ਹੈ ਜੀ, ਬਾਹਰ ਹਰ ਇੱਕ ਨੇ ਸੈਨੀਟਾਈਜ਼ਰ ਰੱਖਿਆ ਹੋਇਆ ਤੇ ਡਿਸਟੈਂਸ ਦਾ ਵੀ ਖਾਸ ਕਰਕੇ ਖਿਆਲ ਰੱਖਿਆ ਜਾ ਰਿਹਾ। ਇਹ ਸਾਨੂੰ ਆਪ ਨੂੰ ਵੀ ਅਵੇਅਰ ਹੋਣਾ ਪੈਂਦਾ ਇਸ ਚੀਜ਼ ਲਈ। ਮੇਰੇ ਖਿਆਲ 'ਚ ਲੋਕਡਾਊਨ ਕਿਸੇ ਸਮੱਸਿਆ ਦਾ ਹੱਲ ਨਹੀਂ ਹੈਗਾ। ਅੱਛਾ, ਜਿਵੇਂ ਤੁਸੀਂ ਕਿਹਾ ਕਿ ਸੇਵਾ ਭਾਵਨਾ ਦੇ ਲਈ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਹੋ, ਜਿਹੜੀਆਂ ਆਪਸ਼ਨ ਤਾਂ ਤੁਹਾਡੇ ਕੋਲ ਹੋਰ ਵੀ ਹੋਣਗੀਆਂ, ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਤੌਰ ਤੇ ਹੋਵੇ, ਭਾਵੇਂ ਕਾਂਗਰਸ ਪਾਰਟੀ ਦੇ ਵਿੱਚ ਹੋਵੇ, ਇਹਨਾਂ ਪਾਰਟੀਆਂ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਫਰਕ ਤੁਹਾਨੂੰ ਕੀ ਲੱਗਿਆ ਕਿ ਇਸ ਪਾਰਟੀ ਦੇ ਵਿੱਚ ਸ਼ਾਮਿਲ ਹੋ ਕੇ ਜਿਹੜੀ ਲੋਕਾਂ ਦੀ ਸੇਵਾ ਕੀਤੀ ਜਾ ਸਕਦੀ ਹੈ ਜੀ? ਮੇਰੇ ਰੋਲ ਮਾਡਲ ਨੇ ਜੀ ਕੇਜਰੀਵਾਲ ਸਾਹਿਬ ਜੀ। ਫਸਟ ਆਫ ਆਲ, ਮੈਂ ਹੁਣ ਤੱਕ ਇਹਨਾਂ ਸਰਕਾਰਾਂ ਦੇ ਰਾਜ ਵਿੱਚ ਰਹੀ ਹਾਂ। ਇਹਨਾਂ ਦੋਨਾਂ ਪਾਰਟੀਆਂ ਨੇ ਬਹੁਤ ਰਾਜ ਕੀਤਾ ਜੀ, ਕੰਮ ਵੀ ਕੀਤੇ ਨੇ, ਪਰ ਬਹੁਤ ਜ਼ਿਆਦਾ ਜਿਹੜਾ ਮਤਲਬ ਮੈਨੂੰ ਚੇਂਜਸ ਲੱਗੀ ਆ, ਜਿਹੜੀ ਇੱਕ ਆਮ ਇਨਸਾਨ ਦੀ ਗੱਲ ਕਰਦੀ ਸਰਕਾਰ ਲੱਗੀ ਆ, ਤਾਂ ਉਹ ਮੈਨੂੰ ਆਮ ਆਦਮੀ ਲੱਗੀ ਆ। ਮੈਨੂੰ ਲੱਗਿਆ ਕਿ ਸਾਨੂੰ ਇਸ ਪਾਰਟੀ ਦੇ ਨਾਲ ਜੁੜ ਕੇ ਅਸੀਂ ਵੱਧ ਤੋਂ ਵੱਧ ਸੇਵਾ ਕਰ ਸਕਦੇ ਹਾਂ। ਇੱਥੇ ਨਾ ਤਾਂ ਕੋਈ ਭਾਈ ਭਤੀਜਾਵਾਦ ਚੱਲਦਾ ਤੇ ਨਾ ਇੱਥੇ ਕੋਈ ਇਹ ਆ ਕਿ ਹਾਂਜੀ ਜੇ ਮਤਲਬ ਪਹਿਲਾਂ ਤੁਹਾਨੂੰ ਵੀ ਬਹੁਤ ਲੰਬੀ ਲਾਈਨ 'ਚ ਲੱਗਣਾ ਪਏਗਾ। ਤੇ ਮੈਨੂੰ ਲੱਗਿਆ ਕਿ ਅਸੀਂ ਸੱਚੇ ਦਿਲ ਨਾਲ ਅਗਰ ਜੁੜ ਸਕਦੇ ਹਾਂ ਤਾਂ ਆਮ ਆਦਮੀ ਪਾਰਟੀ ਨਾਲ ਜੁੜ ਸਕਦੇ ਹਾਂ। ਮੇਰੇ ਅੰਦਰ ਦੀ ਜ਼ਮੀਰ ਆ ਇਹ, ਬਾਕੀ ਹਰ ਇੱਕ ਦੀ ਆਪਣੀ ਆਪਣੀ ਉਹ ਹੁੰਦੀ ਆ। ਤੁਹਾਨੂੰ ਵੀ ਪਤਾ ਹੀ ਆ, ਆਫਰਸ ਤਾਂ ਸਭ ਪਾਸੇ ਤੋਂ ਆਉਂਦੀਆਂ ਨੇ, ਬਟ ਆਫਰਸ ਐਕਸੈਪਟ ਕਰਨ ਲਈ ਵੀ ਤੁਹਾਡੇ ਕੋਲ ਆਪਣੇ ਕੋਲ ਚੁਆਇਸ ਹੁੰਦੀ ਆ ਤੇ ਤੁਸੀਂ ਹੀ ਉਹ ਆਫਰ ਐਕਸੈਪਟ ਕਰਨੀ ਹੁੰਦੀ ਹੈ। ਸੋ ਮੈਨੂੰ ਆਮ ਆਦਮੀ ਵਧੀਆ ਲੱਗੀ ਤਾਂ ਮੈਂ ਆਮ ਆਦਮੀ ਨਾਲ ਜੁੜੀ ਹਾਂ। ਓਕੇ, ਜਿਵੇਂ ਲੋਕਡਾਊਨ ਦੇ ਵਿੱਚ ਤੁਸੀਂ ਲੋਕਡਾਊਨ ਦੀ ਗੱਲ ਕੀਤੀ ਹੈ ਕਿ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ, ਉਹ ਭਾਵੇਂ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਲੋਕ ਹੋਣ ਜਾਂ ਆਮ ਜਿਹੜੇ ਲੋਕ ਨੇ ਉਹ ਹੋਣ। ਜਿਹੜੀ ਸਿਤਾਰਿਆਂ ਦੀ ਜ਼ਿੰਦਗੀ ਦੇ ਵਿੱਚ ਕਿਹੋ ਜਿਹਾ ਤਬਦੀਲੀ ਮਹਿਸੂਸ ਕਰਦੇ ਹੋ? ਕਿਉਂਕਿ ਤੁਸੀਂ ਲਗਾਤਾਰ ਇੱਕ ਦੂਜੇ ਨੂੰ ਮਿਲਦੇ ਵੀ ਰਹਿੰਦੇ ਹੋਵੋਗੇ, ਕੀ ਤਬਦੀਲੀ ਮਹਿਸੂਸ ਕਰਦੇ ਹੋ ਇੱਕ ਦੂਜੇ ਦੇ ਵਿੱਚ? ਕਿਉਂਕਿ ਕਰੀਬ 1.5 ਸਾਲ ਹੋਣ ਵਾਲਾ ਹੋ ਗਿਆ ਜੀ, ਇਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਲਗਾਤਾਰ ਚੱਲ ਰਹੇ ਨੇ। ਬਹੁਤ ਜ਼ਿਆਦਾ ਫਰਕ ਹੈ ਜੀ। ਲਗਜ਼ਰੀ ਲਾਈਫ ਜੀਣ ਵਾਲੇ ਚੰਗੇ ਸਟਾਰ ਦੀ ਜਿਹੜੀ ਹੈ ਜੀ ਹਵਾ ਟਾਈਟ ਹੋ ਚੁੱਕੀ ਹੈ, ਕਿਉਂਕਿ ਜ਼ਿਆਦਾ ਲਗਜ਼ਰੀ ਜਿਹੜੀਆਂ ਫੈਸਿਲਿਟੀਆਂ ਨੇ ਉਹਨਾਂ ਨੇ ਕਾਫੀ ਜ਼ਿਆਦਾ ਲੋਨ ਤੇ ਲਈਆਂ ਹੋਈਆਂ ਨੇ ਤੇ ਕੰਮਕਾਰ ਬੰਦ ਪਏ ਨੇ, ਸ਼ੋਜ਼ ਬੰਦ ਪਏ ਨੇ, ਸਭ ਕੁਝ ਬੰਦ ਪਿਆ। ਤੇ ਇਸ ਕਰਕੇ ਪਿਛਲੀ ਵਾਰ ਵੀ ਲੋਕਡਾਊਨ 'ਚ ਸਾਡੀ ਜਿਹੜੀ ਸੰਸਥਾਵਾਂ ਨੇ ਉਹਨਾਂ ਨੇ ਹੀ ਕਾਫੀ ਹੈਲਪ ਕੀਤੀ ਹੈ। ਫਿਲਮ ਇੰਡਸਟਰੀ ਦੇ ਕੁਝ ਦਿੱਗਜ ਬੰਦਿਆਂ ਨੇ, ਮੈਂ ਨਾਮ ਵੀ ਨਹੀਂ ਲੈਂਦੀ, ਹਰ ਬੰਦਾ, ਕਿਉਂਕਿ ਸਾਡੀ ਲਾਈਨ ਜਿਹੜੀ ਹੈ ਨਾ ਚੱਕਾ ਚੌਂਦ ਵਾਲੀ ਹੈ। ਇੱਥੇ ਲੋਕ ਕਹਿੰਦੇ ਨੇ ਜਿੰਨਾ ਪਾਕਟ 'ਚ ਆਇਆ ਉਹਨੂੰ ਉਡਾ ਦਿਓ। ਤੋ ਇਸ ਕਰਕੇ ਜਿਹੜਾ ਇਹ ਅਸਰ ਬਹੁਤ ਦੇਖਣ ਨੂੰ ਮਿਲਿਆ। ਅਸੀਂ ਮਿਲਦੇ ਵੀ ਹਾਂ ਸਾਰਿਆਂ ਨੂੰ, ਤਕਰੀਬਨ ਕਾਫੀ, ਜਿਵੇਂ
ਹਰ ਹਰ ਫੀਲਡ ਵਿੱਚ ਤਿੰਨ ਕੈਟਾਗਰੀ ਹੁੰਦੀਆਂ ਨੇ, ਸਾਡੀ ਫੀਲਡ 'ਚ ਵੀ ਤਿੰਨ ਕੈਟਾਗਰੀ ਨੇ, ਬਹੁਤ ਹਾਈ ਕਲਾਸ ਸਟੈਂਡਰਡ ਔਰ ਬਿਲਕੁਲ ਲੋ ਸਟੈਂਡਰਡ ਹਨ। ਹਰ ਤਰ੍ਹਾਂ ਦੇ ਆਰਟਿਸਟ, ਹਰ ਤਰ੍ਹਾਂ ਦੇ ਨੇ ਲੋਕਡਾਊਨ ਦਾ ਜਿਹੜਾ ਅਸਰ ਆ ਭੋਗਿਆ। ਤੇ ਹਾਈ ਕਲਾਸ ਵਾਲਿਆਂ ਨੂੰ ਥੋੜੀ ਜ਼ਿਆਦਾ ਪ੍ਰੋਬਲਮ ਨਹੀਂ ਆਈ ਕਿਉਂਕਿ ਉਹਨਾਂ ਕੋਲੇ ਕਾਫੀ ਮਨੀ ਸਿਕਿਉਰ ਸੀ। ਤੇ ਨਾਰਮਲ ਬੰਦਿਆਂ ਨੂੰ ਥੋੜਾ, ਅੱਜ ਵੀ ਨਾਰਮਲ ਆਰਟਿਸਟ ਜਿਵੇਂ ਸਿੰਗਰ, ਅਖਾੜੇ ਲਾਉਣ ਵਾਲੇ, ਸ਼ੋਅ ਲਾਉਣ ਵਾਲੇ, ਥੋੜੇ ਜਿਹੇ ਪ੍ਰੋਬਲਮ 'ਚ ਹੈਗੇ ਨੇ ਸਾਰੇ ਦੇ ਸਾਰੇ, ਕਿਉਂਕਿ ਘਰ ਦਾ ਜਿਹੜਾ ਦਾਲ ਰੋਟੀ ਹੈ ਨਾ, ਉਹ ਬਹੁਤ ਮੁਸ਼ਕਲ ਨਾਲ ਚੱਲਦਾ। ਬਹੁਤ ਸਾਰੇ ਆਰਟਿਸਟ ਰੋਂਦੇ ਵੀ ਨੇ ਕਿ ਕਰੀਏ ਕੀ, ਸਿਨੇਮੇ ਵੀ ਨਹੀਂ ਓਪਨ ਹੁੰਦੇ, ਕੀ ਕਰਾਂਗੇ ਇਹ ਆ। ਅੱਛਾ, ਇੱਕ ਚੀਜ਼ ਹੋਰ ਦੇਖੀ ਜਾਂਦੀ ਹੈ ਕਿ ਜਿਹੜੇ ਨਵੇਂ ਕਲਾਕਾਰ ਹੁੰਦੇ ਆ ਜਾਂ ਛੋਟੇ ਕਲਾਕਾਰ ਹੁੰਦੇ ਆ, ਉਹ ਸੁਣਨ ਦੇ ਵਿੱਚ ਆਉਂਦਾ ਕਿ ਜਿਹੜੇ ਡਾਇਰੈਕਟਰ ਨੇ ਜਾਂ ਪ੍ਰੋਡਿਊਸਰ ਨੇ, ਉਹਨਾਂ ਦੇ ਪੈਸੇ ਨਹੀਂ ਮਿਲਦੇ ਜਾਂ ਮਾਨਸਿਕ ਸਰੀਰਕ ਤੌਰ ਤੇ ਪਰੇਸ਼ਾਨੀ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ। ਇਹਦਾ ਹੱਲ ਕਿਉਂ ਨਹੀਂ ਹੋ ਪਾ ਰਿਹਾ? ਤੁਹਾਨੂੰ ਕੀ ਲੱਗਦਾ ਕਿ ਕਿਉਂ ਨਹੀਂ? ਕਿਉਂਕਿ ਲਗਾਤਾਰ ਅਜਿਹੀਆਂ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ, ਉਸ ਚੀਜ਼ ਦੇ ਪਿੱਛੇ ਕਾਰਨ ਕੀ ਮੰਨਦੇ ਹੋ ਤੁਸੀਂ? ਕਾਰਨ ਤਾਂ ਜੀ ਸਿਸਟਮ ਦਾ ਹੀ ਹੈ ਜੀ। ਕਾਰਨ ਸਾਡੀ ਵੀ ਜਿਹੜੀ ਫਿਲਮ ਇੰਡਸਟਰੀ ਦਾ ਸਿਸਟਮ ਸਾਰਾ ਵਿਗੜਿਆ ਹੋਇਆ, ਹੋਰ ਕੁਝ ਨਹੀਂ ਆ। ਮੈਂ ਇਸ ਚੀਜ਼ ਦੀ ਖਿਲਾਫਤ ਕਰਦੀ ਰਹੀ ਹਾਂ, ਡੇ 1 ਤੋਂ ਕਰਦੀ ਰਹੀ ਹਾਂ। ਨਾ ਮੈਂ ਨੈਪੋਟਿਜ਼ਮ ਦੇ ਹੱਕ 'ਚ ਹਾਂ ਤੇ ਨਾ ਮੈਂ ਕਿਸੇ ਵੀ ਐਕਸਪਲੋਇਟੇਸ਼ਨ ਦੇ ਹੱਕ 'ਚ ਹਾਂ। ਮੈਨੂੰ ਲੱਗਦਾ ਜਿੱਥੇ ਅਨਜਸਟਿਸ ਹੁੰਦੀ ਆ ਉੱਥੇ ਹਰ ਬੰਦੇ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਆ। ਤੇ ਇਸੇ ਕਰਕੇ ਥੋੜਾ ਜਿਹਾ ਮੈਨੂੰ ਕਹਿ ਵੀ ਦਿੰਦੇ ਆ ਕਿ ਬਲੰਟ ਟਾਕ ਕਰਦੀ ਆ, ਮੂੰਹ ਫੱਟ ਹੈ। ਤੇ ਮੈਨੂੰ ਅਨਜਸਟਿਸ ਬਰਦਾਸ਼ਤ ਨਹੀਂ ਹੁੰਦੀ, ਚਾਹੇ ਕਿਸੇ ਵੀ ਫੀਲਡ 'ਚ ਹੋਵੇ, ਤੇ ਮੈਂ ਉਹਦੇ ਖਿਲਾਫ ਬੋਲਦੀ ਹਾਂ। ਅੱਛਾ, ਇੱਕ ਚੀਜ਼ ਹੋਰ ਹੈ, ਜਿਵੇਂ ਕਿ ਜਦੋਂ ਕਿਸੇ ਨਾਲ ਧੱਕਾ ਹੁੰਦਾ ਜਾਂ ਕਿਸੇ ਨਾਲ ਮਤਲਬ ਵੀ ਉਸ ਤਰ੍ਹਾਂ ਦਾ ਵਤੀਰਾ ਨਹੀਂ ਕੀਤਾ ਜਾਂਦਾ ਜਿਸ ਤਰ੍ਹਾਂ ਦਾ ਇਨਸਾਨ ਨਾਲ ਹੋਣਾ ਚਾਹੀਦਾ, ਤਾਂ ਕੋਈ ਸੰਸਥਾ ਕਿਉਂ ਨਹੀਂ ਬਣ ਪਾਈ ਪੰਜਾਬੀ ਫਿਲਮ ਇੰਡਸਟਰੀ ਦੀ ਜਿੱਥੇ ਉਹ ਰਜਿਸਟ੍ਰੇਸ਼ਨ ਵਗੈਰਾ ਕਰਾ ਸਕਣ ਤੇ ਉਹਨਾਂ ਦੇ ਨਾਲ ਧੱਕੇਸ਼ਾਹੀ ਦੇ ਜਿਹੜੀ ਹੋਈ ਹੈ ਉਸ ਦੇ ਖਿਲਾਫ ਉਹ ਆਵਾਜ਼ ਬੁਲੰਦ ਕਰ ਸਕਣ? ਉਸ ਦੇ ਪਿੱਛੇ ਕੀ ਕਾਰਨ ਮੰਨਦੇ ਹੋ ਤੁਸੀਂ? ਮੇਰੇ ਖਿਆਲ 'ਚ ਤਾਂ ਸਾਡੀ ਇੱਕ ਐਸੋਸੀਏਸ਼ਨ ਪੰਜਾਬ ਦੇ ਵਿੱਚ ਨਜਾਫਟਾ ਰਜਿਸਟਰਡ ਹੋ ਚੁੱਕੀ ਆ, ਕੰਮ ਹੋ ਰਿਹਾ ਉਹਦੇ ਅੰਡਰ। ਤੇ ਜਦੋਂ ਪ੍ਰੋਬਲਮਸ ਉੱਥੇ ਲੋਕੀ ਲੈ ਕੇ ਜਾਣਗੇ ਤੇ ਆਬਵੀਅਸਲੀ ਸਾਡੀ ਜਿਹੜੀ ਸੰਸਥਾ ਉਹਦੇ ਤੇ ਵਰਕ ਕਰਦੀ ਹੈ ਤੇ ਕਾਫੀ ਲੋਕਾਂ ਦੀ ਹੈਲਪ ਵੀ ਕੀਤੀ ਆ ਸੰਸਥਾ ਨੇ। ਕਾਫੀ ਐਸੋਸੀਏਸ਼ਨਾਂ ਬਣ ਚੁੱਕੀਆਂ ਨੇ ਹੁਣ ਪੰਜਾਬੀ ਇੰਡਸਟਰੀ ਦੇ ਵਿੱਚ ਵੀ, ਕਾਫੀ ਹੈਲਪ ਹੋ ਰਹੀ ਆ ਹੁਣ। ਅੱਛਾ, ਇੱਕ ਚੀਜ਼ ਹੋਰ, ਜਿਵੇਂ ਵੈਕਸੀਨ ਦੀ ਗੱਲ ਕੀਤੀ ਜਾਂਦੀ ਹੈ ਕਿ ਹੁਣ ਜਿਹੜੇ ਮੌਜੂਦਾ ਹਾਲਾਤ ਨੇ ਉਹ ਵੈਕਸੀਨ ਜਿਹੜੀ ਆਕਸੀਜਨ ਹੈ, ਅੱਜ ਅੰਮ੍ਰਿਤਸਰ ਤੋਂ ਇੱਕ ਖਬਰ ਆਈ ਸੀ, ਉਸ ਦੇ ਵਿੱਚ ਉਹ ਕਿਹਾ ਜਾ ਰਿਹਾ ਕਿ ਵੈਕਸੀਨ ਹੀ ਨਹੀਂ ਹੈਗੀ ਦੇਸ਼ ਦੇ ਵਿੱਚ। ਵੱਖ-ਵੱਖ ਤੌਰ ਤੇ ਕਿਹਾ ਜਾ ਰਿਹਾ ਕਿ ਜਿਹੜੀਆਂ ਵੈਕਸੀਨ ਲਵਾਈ ਜਾਵੇ, ਟੀਕਾਕਰਨ ਲਵਾਇਆ ਜਾਵੇ ਤੇ ਆਪਣਾ ਖਿਆਲ ਰੱਖਿਆ ਜਾਵੇ, ਪਰ ਜਿਹੜੀਆਂ ਹਸਪਤਾਲਾਂ ਦੀਆਂ ਰਿਪੋਰਟਾਂ ਨੇ ਉਹ ਕਹਿੰਦੀਆਂ ਨੇ ਕਿ ਜਿਹੜੀ ਵੈਕਸੀਨ ਹੀ ਮੌਜੂਦ ਨਹੀਂ ਹੈ। ਅੱਜ ਦੀ ਅੰਮ੍ਰਿਤਸਰ ਦੀ ਰਿਪੋਰਟ ਹੈ ਜੀ ਇਹ। ਬਹੁਤ ਜਗ੍ਹਾ ਹੋ ਰਿਹਾ ਜੀ ਇਹ, ਮੈਨੂੰ ਵੀ ਸੁਣਨ 'ਚ ਆਇਆ। ਗਵਰਨਮੈਂਟ ਸਾਡਾ ਜਿਹੜੀ ਇੱਥੇ ਫੇਲ ਹੋ ਚੁੱਕੀ ਹੈ, ਸਿਸਟਮ ਕਾਫੀ ਜਗ੍ਹਾ ਫੇਲ ਹੈ। ਲੋਕੀ ਵੇਟ ਕਰ ਕਰਕੇ, ਕੱਲ ਸਾਡੀ ਹੀ ਸੁਸਾਇਟੀ ਦੇ ਵਿੱਚ 2-3 ਘੰਟੇ ਲਾਈਨਾਂ 'ਚ ਲੱਗੇ ਰਹੇ ਲੋਕ, ਵੇਟ ਕਰਦੇ ਰਹੇ। ਬਹੁਤ ਦੇਰ ਬਾਅਦ ਜਿਹੜੀ ਆ ਮੈਡੀਸਨ ਪਹੁੰਚੀ ਆ। ਤੇ ਹੈ ਬਹੁਤ ਜਗ੍ਹਾ ਦੇ ਉੱਤੇ, ਕਿਉਂਕਿ ਸਿਸਟਮ ਤੁਹਾਨੂੰ ਪਤਾ ਹੀ ਹੈ ਤਕਰੀਬਨ ਫੇਲ ਹੋ ਚੁੱਕਿਆ। ਪੰਜਾਬ ਗਵਰਨਮੈਂਟ ਸਾਡੀ ਟੋਟਲੀ ਫੇਲ ਹੀ ਹੋ ਚੁੱਕੀ ਆ। ਹਰ ਸਿਸਟਮ ਦੇ ਵਿੱਚ ਇਹਨਾਂ ਦਾ ਜਿਹੜਾ ਸਿਸਟਮ ਆ ਹਿੱਲਿਆ ਹੀ ਪਿਆ। ਹੁਣ ਇਸ ਟਾਈਮ ਦੇ ਉੱਤੇ ਵੈਕਸੀਨੇਸ਼ਨ ਸਭ ਤੋਂ ਜ਼ਰੂਰੀ ਇੰਪੋਰਟੈਂਟ ਚੀਜ਼ ਆ ਬੰਦੇ ਦੀ ਜ਼ਿੰਦਗੀ ਦੇ ਲਈ। ਔਰ ਤੁਸੀਂ ਦੇਖ ਲਓ, ਹਸਪੀਟਲਾਂ ਦੇ ਵਿੱਚ ਆਕਸੀਜਨ ਸਭ ਤੋਂ ਜ਼ਰੂਰੀ ਆ, ਹਸਪੀਟਲਾਂ ਦੇ ਵਿੱਚ ਬੈੱਡ ਸਭ ਤੋਂ ਜ਼ਰੂਰੀ ਆ, ਤੇ ਕਿਤੇ ਵੀ ਕੋਈ ਚੀਜ਼ ਪ੍ਰੋਵਾਈਡ ਨਹੀਂ ਹੋ ਰਹੀ। ਹੁਣ ਤੁਸੀਂ ਦੇਖ ਹੀ ਸਕਦੇ ਹੋ, ਹਰ ਜਗ੍ਹਾ ਤੇ ਸਿਸਟਮ ਫੇਲ ਆ ਸਾਡਾ। ਅੱਛਾ, ਇੱਕ ਚੀਜ਼ ਹੋਰ ਸੀ ਕਿ ਪੰਜਾਬ ਗਵਰਨਮੈਂਟ ਨੂੰ ਦੇਖਣਾ ਚਾਹੀਦਾ ਨਾ। ਜਿਵੇਂ ਕਹਿੰਦੇ ਵੀ ਆਪਣੇ ਜਿਹੜੇ ਜਾਣ ਪਹਿਚਾਣ ਦੇ ਆ ਜਾਂ ਮਤਲਬ ਵੀ ਜਿਹੜੀਆਂ ਦੁਕਾਨਦਾਰ ਨੇ ਉਹ ਵਿਰੋਧ ਕਰ ਰਹੇ ਨੇ ਲਗਾਤਾਰ ਕਿ ਜਿਹੜੀਆਂ ਸਾਰੀਆਂ ਦੁਕਾਨਾਂ ਨੂੰ ਖੋਲ੍ਹਿਆ ਜਾਵੇ। ਕੀ ਤੁਹਾਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦਾ ਕੋਈ ਸਿਸਟਮ ਹੋਣਾ ਚਾਹੀਦਾ ਕਿ ਲੋਕਾਂ ਦੀ ਜਿਹੜੀ ਆਰਥਿਕ ਤੌਰ ਤੇ ਜਿਹੜੀ ਆਰਥਿਕ ਮੰਦਵਾੜਾ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕਿ ਕਰੋਨਾ ਤੋਂ ਬਾਅਦ ਆਰਥਿਕ ਮਹਾਮਾਰੀ ਦਾ ਜਿਹੜਾ ਸਾਹਮਣਾ ਵੀ ਲੋਕਾਂ ਨੂੰ ਕਰਨਾ ਪੈ ਸਕਦਾ ਜਿਵੇਂ ਦੇ ਹਾਲਾਤ ਬਣੇ ਹੋਏ ਨੇ, ਇਸ ਚੀਜ਼ ਨੂੰ ਠੀਕ ਕਰਨ ਲਈ ਕੀ ਹੋ ਸਕਦਾ? ਤੁਹਾਡੀ ਨਜ਼ਰ ਦੇ ਵਿੱਚ ਕੀ ਕਰਨਾ ਚਾਹੀਦਾ? ਤੁਸੀਂ ਇੱਕ ਚੀਜ਼ ਨੋਟ ਕਰੋ ਜੀ, ਕੇਜਰੀਵਾਲ ਸਾਹਿਬ ਨੇ ਉੱਥੇ ਹਰ ਰਿਕਸ਼ਾ ਚਾਲਕ ਤੇ ਆਟੋ ਚਾਲਕ ਨੂੰ 5000 ਰੁਪਏ ਦੇ 2-2 ਮਹੀਨੇ ਦਾ ਰਾਸ਼ਨ, ਹਨਾ 70-72 ਲੱਖ ਘੱਟੋ ਘੱਟ ਰਾਸ਼ਨ ਕਾਰਡ ਨੂੰ ਉਹਨਾਂ ਨੇ ਰਾਸ਼ਨ ਦੀ ਉਹ ਕੀਤੀ ਆ। ਸਾਡੀ ਪੰਜਾਬ ਸਰਕਾਰ ਕਿਉਂ ਨਹੀਂ ਕਰ ਸਕਦੀ? ਕਿਉਂ ਨਹੀਂ ਉਹਨਾਂ ਲੋਕਾਂ ਨੂੰ ਅਸੀਂ ਘਰੇ ਬਿਠਾ ਸਕਦੇ? ਅਗਰ ਉਹਨਾਂ ਦੇ ਘਰਾਂ 'ਚ ਆਟਾ ਦਾਲ ਰਾਸ਼ਨ ਦੀ ਪ੍ਰੋਬਲਮ ਨਹੀਂ ਹੋਏਗੀ ਤੇ ਉਹ ਘਰੋਂ ਬਾਹਰ ਨਹੀਂ ਨਿਕਲਣਗੇ, ਤੇ ਅਸੀਂ ਬਹੁਤ ਜਲਦੀ ਇਸ ਪ੍ਰੋਬਲਮ ਤੇ ਕੰਟਰੋਲ ਕਰ ਸਕਦੇ ਹਾਂ। ਤੇ ਜਿੰਨਾ ਇਹ ਜਿਹੜੀ ਸਾਡੀ ਚੇਨ ਆ ਇਹ ਟੁੱਟੇਗੀ, ਤੇ ਚੇਨ ਇਸੇ ਕਰਕੇ ਟੁੱਟੇਗੀ, ਹਰ ਇਨਸਾਨ ਆਪਣੇ ਬੱਚਿਆਂ ਦੀ ਭੁੱਖ ਬਰਦਾਸ਼ਤ ਨਹੀਂ ਕਰ ਸਕਦਾ। ਇੱਕ ਪੰਛੀ ਵੀ ਦਾਣਾ ਲੈਣ ਲਈ ਉੱਡ ਕੇ ਜਾਂਦਾ, ਕਿਹਦੇ ਲਈ? ਸਿਰਫ ਆਪਣੇ ਆਲਣੇ 'ਚ ਬੈਠੇ ਬੱਚਿਆਂ ਲਈ। ਤੇ ਜੇ ਇਨਸਾਨ ਨੂੰ ਸਾਰਾ ਕੁਝ ਘਰੇ ਪ੍ਰੋਵਾਈਡ ਗਵਰਨਮੈਂਟ ਕਰਵਾ ਦਿੰਦੀ ਆ, ਇੰਨਾ ਚਿਰ ਹੋ ਗਿਆ ਦੇਸ਼ ਨੂੰ ਖਾਂਦਿਆਂ ਨੂੰ, ਸਰਕਾਰਾਂ ਨੂੰ, ਕਿਉਂ ਨਹੀਂ ਆਪਣੇ ਲੋਕਾਂ ਦੇ ਲਈ ਮਦਦ ਕਰ ਸਕਦੀ? ਕਿਉਂ ਨਹੀਂ ਆਪਣੇ ਗਰੀਬ ਜਨਤਾ ਦੇ ਹੱਕਾਂ ਲਈ ਸਾਹਮਣੇ ਆ ਸਕਦੀ? ਕਿਉਂ ਨਹੀਂ ਉਹਨਾਂ ਦਾ ਪੇਟ ਭਰਨ ਦੀ 1-2 ਮਹੀਨੇ ਦੀ ਜ਼ਿੰਮੇਵਾਰੀ ਲੈ ਸਕਦੀ ਸਾਡੀ ਸਰਕਾਰ? ਬਾਹਰਲੀਆਂ ਕੰਟਰੀਆਂ 'ਚ ਵੀ ਦੇਖੋ, ਸਾਰੇ ਸਾਡੇ ਇੱਧਰਲੇ ਸਟੂਡੈਂਟਸ ਨੂੰ ਵੀ ਉਹਨਾਂ ਨੇ ਮਤਲਬ $2,000 ਦੇ ਕੇ ਮਤਲਬ ਘਰੇ ਬਿਠਾ ਕੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਖਾਣ ਪੀਣ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ। ਤੇ ਸਾਡੀਆਂ ਸਰਕਾਰਾਂ ਕਿਉਂ ਨਹੀਂ ਕਰ ਸਕਦੀਆਂ?
ਕਿਉਂ ਸਾਨੂੰ ਆਪਣੇ ਹੀ ਐਸ਼ ਪ੍ਰਸਤੀਆਂ ਤੇ ਸਾਨੂੰ ਆਪਣੇ ਹੀ ਬਾਹਰਲੇ ਟ੍ਰੀਟਮੈਂਟ ਨਜ਼ਰ ਆਉਂਦੇ ਆ? ਕਿਉਂ ਆਪਣੇ ਇਲਾਜ ਕਰਾਉਣ ਲਈ ਬਾਹਰ ਜਾ ਸਕਦੇ ਆ? ਅਗਰ ਮੈਂ ਕਹਿੰਦੀ ਇਹਨਾਂ ਦੇ ਸਾਰਿਆਂ ਦੇ ਬਾਹਰ ਦੇ ਇਲਾਜ ਬੰਦ ਹੋ ਜਾਣ ਨਾ ਤਾਂ ਪਤਾ ਲੱਗ ਜੇ, ਫਿਰ ਹਸਪੀਟਲ ਵੀ ਵੱਡੇ ਲੈਵਲ ਤੇ ਬਣਨਗੇ, ਹਰ ਇੱਕ ਚੀਜ਼ ਵੱਡੇ ਲੈਵਲ ਤੇ ਬਣੇਗੀ। ਮੈਂ ਇੱਕੋ ਗੁਜ਼ਾਰਿਸ਼ ਕਰਦੀ ਹਾਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ, ਐਡੇ ਮੰਦਿਰ, ਗੁਰਦੁਆਰਾ ਸਾਹਿਬ, ਮਸਜਿਦਾਂ ਦੀਆਂ ਬਿਲਡਿੰਗਾਂ ਬਣਾਉਣ ਦਾ ਕੀ ਫਾਇਦਾ ਜੇ ਸਾਡੇ ਕੋਲ ਜ਼ਿੰਦਗੀ ਬਚਾਉਣ ਲਈ ਹਸਪੀਟਲ ਨਹੀਂ ਤੇ ਬੈੱਡ ਨਹੀਂ ਤੇ ਡਾਕਟਰ ਨਹੀਂ ਪ੍ਰੋਵਾਈਡ ਹੈਗੇ। ਮੇਰੇ ਖਿਆਲ 'ਚ ਸਾਨੂੰ ਸਭ ਤੋਂ ਜ਼ਿਆਦਾ ਜ਼ਰੂਰੀ ਆ ਐਜੂਕੇਸ਼ਨ, ਮੈਡੀਕਲ ਫੈਸਿਲਿਟੀਜ਼ ਤੇ ਖਾਣ ਪੀਣ ਦਾ ਜਿਹੜੀ ਸਾਡੀ ਵਿਵਸਥਾ ਉਹ ਸਹੀ ਹੋਵੇ। ਇਹ ਬਹੁਤ ਜ਼ਰੂਰੀ ਹੈ। ਤੇ ਮੈਂ ਵੀ ਗੁਜ਼ਾਰਿਸ਼ ਕਰਦੀ ਹਾਂ ਪੰਜਾਬ ਗਵਰਨਮੈਂਟ ਅੱਗੇ, ਮੈਂ ਕਿਸੇ ਪਾਰਟੀ ਦਾ ਹੱਕ ਦਾ ਨਾ ਵਿਰੋਧ ਕਰਦੀ ਹਾਂ, ਮੈਂ ਸਿਰਫ ਗਵਰਨਮੈਂਟ ਦੀ ਗੱਲ ਕਰਦੀ ਹਾਂ ਕਿ ਜੋ ਵੀ ਪਾਰਟੀ ਗਵਰਨਮੈਂਟ ਚਾਹੁੰਦੀ ਆ, ਆਪਣੀ ਸਰਕਾਰ ਬਣਾਉਂਦੀ ਆ, ਉਹਨਾਂ ਨੂੰ ਪਹਿਲਾਂ ਇਹਨਾਂ 3 ਚੀਜ਼ਾਂ ਦੇ ਉੱਤੇ ਜ਼ਰੂਰ ਉਹ ਕਰਨਾ ਪੈਣਾ। ਤੁਸੀਂ ਦੇਖਦੇ ਹੋ ਕੋਈ ਰਿਕਸ਼ੇ ਤੇ ਲਾਸ਼ ਲੈ ਕੇ ਜਾ ਰਿਹਾ, ਬਿਲਕੁਲ ਤੁਸੀਂ ਇੱਕ ਲੇਟੈਸਟ ਪੋਸਟ ਦੇਖੀ ਹੈ ਜੀ, ਮਤਲਬ ਗਊ ਮਾਤਾ ਨੂੰ ਤੁਸੀਂ ਐਂਬੂਲੈਂਸ 'ਚ ਚੜਾ ਰਹੇ ਹੋ ਤੇ ਇੱਕ ਬੰਦਾ ਡੈੱਡ ਬੋਡੀ ਲੈ ਕੇ ਰਿਕਸ਼ੇ ਤੇ ਜਾ ਰਿਹਾ ਜੀ। ਇਹ ਹੈ ਸਾਡਾ ਸਿਸਟਮ। ਇਹ ਤਰੱਕੀ ਕੀਤੀ ਅਸੀਂ ਹੁਣ ਤੱਕ। ਅਸੀਂ ਆਪਣੇ ਲਈ ਪ੍ਰਾਈਵੇਟ ਜੈਟ ਪਲੇਨ ਖਰੀਦ ਲਏ ਆ, ਲੇਕਿਨ ਆਮ ਜਨਤਾ ਕਿੱਥੇ ਜਾਊਗੀ? ਜਿਨ੍ਹਾਂ ਨੇ ਤੁਹਾਨੂੰ ਵੋਟ ਪਾ ਕੇ ਤੁਹਾਨੂੰ ਸਰਕਾਰ ਬਣਾਈ ਹੈ, ਤੁਹਾਨੂੰ ਸੱਤਾ 'ਚ ਬਿਠਾਇਆ, ਉਹ ਕਿੱਥੇ ਜਾਣਗੇ? ਉਹਨਾਂ ਦੀ ਦੁੱਖ ਦਰਦ ਕੌਣ ਸੁਣੇਗਾ? ਜਿਹੜੀ ਸਰਕਾਰ ਸੁਣਦੀ ਆ ਉਹਨਾਂ ਦੀਆਂ ਜੜਾਂ ਪੱਟਦੇ ਆ। ਮੈਂ ਕਹਿੰਦੀ ਆ ਜੀ, ਜੇ ਅਸੀਂ ਆਮ ਆਦਮੀ ਪਾਰਟੀ ਵਾਲੇ ਆ, ਅਸੀਂ ਕਿਸੇ ਦਾ ਵਿਰੋਧ ਨਹੀਂ ਕਰਦੇ, ਅਸੀਂ ਕਿਸੇ ਦੇ ਹੱਕ ਦੀ ਗੱਲ ਨਹੀਂ ਕਰਦੇ, ਲੇਕਿਨ ਅਸੀਂ ਆਮ ਇਨਸਾਨ ਦੇ ਹੱਕ ਦੀ ਗੱਲ ਕਰਦੇ ਹਾਂ। ਅਸੀਂ ਕਹਿੰਦੇ ਆ, ਅਸੀਂ ਸਮਝਦੇ ਹਾਂ ਕਿ ਅਸੀਂ ਅਜੇ ਕੋਸ਼ਿਸ਼ ਕਰ ਰਹੇ ਹਾਂ, ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣਾ ਚਾਹੁੰਦੇ ਹਾਂ। ਅਸੀਂ ਆਮ ਜਨਤਾ ਦੀ ਡੋਰ ਟੂ ਡੋਰ ਜਾ ਕੇ ਮਦਦ ਕਰਨਾ ਚਾਹੁੰਦੇ ਹਾਂ, ਜਿਵੇਂ ਕੇਜਰੀਵਾਲ ਸਾਹਿਬ ਕਰ ਰਹੇ ਆ, ਅਸੀਂ ਵੀ ਕਰਨਾ ਚਾਹੁੰਦੇ ਹਾਂ। ਪਰ ਜੇ ਜਨਤਾ ਸਾਨੂੰ ਚੁਣਦੀ ਆ, ਸਾਡੀ ਨੁਮਾਇੰਦਗੀ ਬਰਦਾਸ਼ਤ ਕਰਦੀ ਆ, ਸਾਨੂੰ ਲਾਈਕ ਕਰਦੀ ਆ, ਤੇ ਫੇਰ ਹੀ ਅਸੀਂ ਕੁਝ ਕਰ ਪਾਵਾਂਗੇ। ਜੋ ਜਨਤਾ ਨੇ ਹੁਣ ਗਲਤੀਆਂ ਕਰ ਲਈਆਂ ਉਹ ਭੁਗਤ ਵੀ ਰਹੇ ਆ, ਤੁਹਾਡੇ ਸਾਹਮਣੇ ਆ ਸਭ ਕੁਝ। ਤੇ ਮੈਂ ਹਜੇ ਵੀ ਇਹੀ ਕਹਿੰਦੀ ਆ ਕਿ ਜੇ ਸਿਸਟਮ ਠੀਕ ਕਰਨਾ ਤਾਂ ਪਾਰਟੀਬਾਜ਼ੀ ਤੋਂ ਉੱਠ ਕੇ ਇਨਸਾਨੀਅਤ ਦੀ ਗੱਲ ਕਰਨੀ ਪੈਣੀ ਆ ਸਭ ਤੋਂ ਪਹਿਲਾਂ। ਇਹੀ ਗੁਜ਼ਾਰਿਸ਼ ਹੈ ਮੇਰੀ। ਅੱਛਾ, ਜਿਵੇਂ ਹੁਣ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਹੋ, ਜੇਕਰ ਤੁਹਾਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਨੇ, ਜੇਕਰ ਤੁਹਾਨੂੰ ਪਾਰਟੀ ਆਫਰ ਕਰਦੀ ਹੈ ਕਿ ਇਸ ਟਿਕਟ ਦੀ ਆਫਰ ਕਰਦੀ ਹੈ, ਤਾਂ ਤੁਸੀਂ ਕਿਸ ਇਲਾਕੇ ਤੋਂ, ਕਿਸ ਹਲਕੇ ਤੋਂ ਲੜਨ ਦੇ ਇੱਛੁਕ ਹੋਵੋਗੇ? ਤੁਹਾਨੂੰ ਖੁਸ਼ੀ ਹੋਏਗੀ ਕਿ ਮੈਨੂੰ ਇਸ ਇਲਾਕੇ ਤੋਂ ਜਿਹੜੀ ਟਿਕਟ ਦਿੱਤੀ ਜਾਵੇ ਜੀ? ਫਸਟ ਆਫ ਆਲ ਤਾਂ ਜੀ ਮੈਂ ਅਜੇ ਇਸ ਚੀਜ਼ 'ਚ ਬਿਲਕੁਲ ਨਵੀਂ ਆ। ਮੈਂ ਕੋਈ ਟਿਕਟ ਦੇ ਜਾਂ ਪਾਰਟੀ ਇਸ ਲਈ ਜੁਆਇਨ ਨਹੀਂ ਕੀਤੀ ਕਿ ਟਿਕਟ ਦਾ ਕੋਈ ਲਾਲਚ ਹੈ, ਸਿਰਫ ਇਸ ਲਈ ਕੀਤੀ ਹੈ ਕਿ ਮੈਂ ਇਸ ਪਾਰਟੀ ਦੇ ਨਾਲ ਦਿਲੋਂ ਜੁੜ ਕੇ, ਇਸ ਪਾਰਟੀ ਦੀ ਆਵਾਜ਼ ਬਣ ਕੇ ਜਾਂ ਲੋਕਾਂ ਤੱਕ ਪਹੁੰਚ ਸਕਾਂ ਤੇ ਲੋਕਾਂ ਦੀ ਵੀ ਪ੍ਰੋਬਲਮ ਆ ਪਾਰਟੀ ਤੱਕ ਪਹੁੰਚਾ ਸਕਾਂ। ਫਿਲਹਾਲ ਤਾਂ ਮੇਰੀ ਇਹੀ ਆ। ਅਗਰ ਪਾਰਟੀ ਜਿਸ ਤਰ੍ਹਾਂ ਦਾ ਮੈਨੂੰ ਕੋਈ ਹੁਕਮ ਕਰਦੀ ਆ ਫਿਰ ਮੈਂ ਉਹਦੇ ਬਾਰੇ ਸੋਚਾਂਗੀ, ਪਰ ਫਿਲਹਾਲ ਮੈਂ ਇਹਨਾਂ ਚੀਜ਼ਾਂ ਲਈ ਹਜੇ ਸਮਝ ਲਓ ਵੀ ਬਹੁਤ ਨਵੀਂ ਆ ਤੇ ਅਣਜਾਣ ਆ, ਤੇ ਮੈਂ ਹਜੇ ਇਸ ਬਾਰੇ ਕੁਝ ਸੋਚ ਨਹੀਂ ਸਕਦੀ ਤੇ ਨਾ ਸੋਚਿਆ। ਅੱਛਾ, ਜਿਵੇਂ ਫਿਲਮ ਇੰਡਸਟਰੀ ਦੇ ਵਿੱਚ, ਰਾਜਨੀਤੀ ਦੇ ਵਿੱਚ ਤੁਸੀਂ ਨਵੇਂ ਹੋ, ਪਰ ਫਿਲਮ ਇੰਡਸਟਰੀ ਦੇ ਵਿੱਚ ਤਾਂ ਕਾਫੀ ਲੰਬੇ ਸਮੇਂ ਤੋਂ ਲੱਗੇ ਹੋਏ ਹੋ। ਤੁਹਾਨੂੰ ਕੀ ਲੱਗਦਾ ਕਿ ਫਿਲਮ ਇੰਡਸਟਰੀ ਜਿਹੜੀਆਂ ਆਪਣੀਆਂ ਪੁਰਾਣੀਆਂ ਲੀਹਾਂ ਨੇ ਉਹਨਾਂ ਦੇ ਉੱਤੇ ਕਦੋਂ ਤੱਕ ਜਿਹੜੀ ਚੜ੍ਹ ਸਕਦੀ ਹੈ, ਦੁਬਾਰਾ ਸਵਾਰ ਹੋ ਸਕਦੀ ਹੈ ਕਿ ਲੋਕਾਂ ਦੀ ਜਿਹੜੀ ਰੋਜ਼ੀ ਰੋਟੀ ਹੈ, ਆਮ ਵਰਕਰ ਸੀਗੇ ਜਿਹੜੇ ਜਿਵੇਂ ਕਿ ਸਪੋਰਟ ਬॉय ਜਾਂ ਲਾਈਟ ਬॉय ਵਗੈਰਾ ਸੀ, ਉਹਨਾਂ ਦੀ ਜਿਹੜੀ ਜ਼ਿੰਦਗੀ ਆ ਉਹ ਬਿਲਕੁਲ ਰੁਕੀ ਪਈ ਹੋਣੀ ਹੈ? ਕਿਉਂਕਿ ਜਿਹੜੇ ਵੱਡੇ ਕਲਾਕਾਰ ਨੇ ਕਿਤੇ ਨਾ ਕਿਤੇ ਫਿਰ ਵੀ ਉਹਨਾਂ ਦੀ ਜ਼ਿੰਦਗੀ ਦਾ ਜਿਹੜਾ ਗੁਜ਼ਾਰਾ ਹੋ ਰਿਹਾ ਹੋਵੇਗਾ, ਪਰ ਉਹਨਾਂ ਦਾ ਜਿਹੜਾ ਗੁਜ਼ਾਰਾ ਹੈ ਉਹ ਬਹੁਤ ਅੱਜ ਕੱਲ੍ਹ ਮੁਸ਼ਕਿਲ ਨਾਲ ਹੋ ਰਿਹਾ ਹੋਵੇਗਾ। ਤੁਹਾਨੂੰ ਕੀ ਲੱਗਦਾ ਕਿ ਕਦੋਂ ਤੱਕ ਦੁਬਾਰਾ ਕੁਝ ਠੀਕ ਹੋ ਸਕਦਾ? ਇੱਕ ਫਿਲਮ ਬਣਦੀ ਆ ਜੀ, 100 ਚੁੱਲ੍ਹਾ ਜਲਦਾ, ਘੱਟੋ ਘੱਟ 100 ਬੰਦੇ ਦਾ ਕ੍ਰਿਊ ਹੁੰਦਾ, ਤੇ ਜਦੋਂ ਤੱਕ ਕਰੋਨਾ ਟੋਟਲੀ ਪੀਕ ਤੇ ਆ ਉਹਨਾਂ ਚਿਰ ਤਾਂ ਦੇਖੋ, ਤੁਹਾਨੂੰ ਵੀ ਪਤਾ ਵੀ ਮੈਂ ਇੱਥੇ ਗਵਰਨਮੈਂਟ ਨੂੰ ਗਲਤ ਨਹੀਂ ਕਹਿੰਦੀ, ਉਹਨਾਂ ਦੀਆਂ ਇੰਸਟਰਕਸ਼ਨਸ ਫੋਲੋ ਕਰਕੇ ਸਾਨੂੰ ਘਰੇ ਬੈਠਣਾ ਹੀ ਪਏਗਾ, ਇਹ ਮਜਬੂਰੀ ਹੈ ਸਾਡੀ। ਬਟ ਮੈਂ ਜਾਣਦੀ ਹਾਂ ਕਿ ਹਰ ਬੰਦੇ ਦੇ ਘਰ ਡੇਲੀ ਖੂਹ ਪੱਟ ਕੇ ਪਾਣੀ ਪੀਣ ਵਾਲਾ ਹਾਲਾਤ ਆ ਸਾਡੀ ਇੰਡਸਟਰੀ ਦੇ ਵਿੱਚ ਵੀ, ਤੇ ਲਗਜ਼ਰੀ ਲਾਈਫ ਕੋਈ ਨਹੀਂ ਹੁੰਦੀ ਜੀ ਫਿਲਮ ਇੰਡਸਟਰੀ ਦੀ। ਇੱਕ ਐਕਟਰ ਜਾਂ ਡਾਇਰੈਕਟਰ ਜਾਂ ਪ੍ਰੋਡਿਊਸਰ ਨੂੰ ਛੱਡ ਕੇ ਬਾਕੀ ਸਭ ਨਾਰਮਲ ਡੇਲੀ ਬੇਸਿਸ ਵਾਲੇ ਹੁੰਦੇ ਨੇ। ਪ੍ਰੋਬਲਮ ਤੇ ਹਰ ਬੰਦੇ ਨੂੰ ਆਪਣੀ ਰੋਜ਼ੀ ਰੋਟੀ ਦੀ ਇਸ ਟਾਈਮ ਤੇ ਪਈ ਹੋਈ ਆ, ਬਟ ਜਿੰਨਾ ਚਿਰ ਕਰੋਨਾ ਟੋਟਲੀ ਕੰਪਲੀਟ ਇੱਥੋਂ ਖਤਮ ਨਹੀਂ ਹੁੰਦਾ, ਅਸੀਂ ਦੇਖੋ ਜ਼ਿੰਦਗੀ ਤੋਂ ਵੱਡਾ ਕੁਝ ਨਹੀਂ ਆ, ਉਹਨਾਂ ਚਿਰ ਮੇਰੇ ਖਿਆਲ 'ਚ ਤਾਂ ਸ਼ੂਟਿੰਗਸ ਅਲਾਓ ਵੀ ਨਹੀਂ ਹੋਣਗੀਆਂ ਤੇ ਗਵਰਨਮੈਂਟ ਕਰੇਗੀ ਵੀ ਨਹੀਂ। ਤੇ ਬਾਕੀ ਹੁਣ ਕੀਤੀਆਂ ਵੀ ਸੀ ਸਾਡੇ ਕੁਝ ਆਰਟਿਸਟ ਜਿਵੇਂ ਗਿੱਪੀ ਗਰੇਵਾਲ ਜੀ ਤੇ ਜਿਮੀ ਸ਼ੇਰਗਿੱਲ ਜੀ, ਉਪਾਸਨਾ ਸਿੰਘ ਜੀ, ਇਹਨਾਂ ਨੂੰ ਮਤਲਬ ਇਹਨਾਂ ਨੇ ਅਰੈਸਟ ਵੀ ਕਰ ਲਿਆ ਸੀ ਉਸੇ ਮੌਕੇ ਤੇ ਇਸ ਕਰਕੇ ਥੋੜਾ ਡਰੀ ਵੀ ਹੋਈ ਆ ਪੰਜਾਬੀ ਇੰਡਸਟਰੀ ਦੇ ਸਾਡੇ ਜਿਹੜੇ ਪ੍ਰੋਡਿਊਸਰਸ ਨੇ। ਮੇਰੇ ਹਿਸਾਬ ਨਾਲ ਸਾਨੂੰ ਫੋਲੋ ਕਰਨਾ ਚਾਹੀਦਾ, ਜ਼ਿੰਦਗੀ ਤੋਂ ਵੱਡਾ ਕੁਝ ਨਹੀਂ ਹੈ। ਓਕੇ, ਜਿਵੇਂ ਤੁਸੀਂ ਕਿਹਾ ਕਿ ਜਿਮੀ ਸ਼ੇਰਗਿੱਲ ਤੇ ਗਿੱਪੀ ਗਰੇਵਾਲ ਹੋਰਾਂ ਨੇ ਕੋਸ਼ਿਸ਼ ਕੀਤੀ ਸੀ, ਉਹ ਸ਼ੂਟਿੰਗ ਕਰ ਰਹੇ ਸੀ, ਪਰ ਇੱਕ ਪਾਸੇ ਪੰਜਾਬ ਸਰਕਾਰ ਇਹ ਕਹਿੰਦੀ ਹੈ ਕਿ ਜਿਹੜਾ ਸ਼ਰਾਬ ਤੋਂ ਉਹਨਾਂ ਨੂੰ ਰੈਵਨਿਊ ਆਉਂਦਾ, ਇਸ ਕਾਰਨ ਉਹ ਸ਼ਰਾਬ ਦੀ ਜਿਹੜੀ ਵਿਕਰੀ ਬੰਦ ਨਹੀਂ ਕਰ ਸਕਦੇ। ਤੇ ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿ ਲਾਕਡਾਊਨ ਦੇ ਵਿੱਚ ਭਾਵੇਂ ਕਿ ਸ਼ਟਰ, ਤੁਸੀਂ ਜ਼ਰੂਰ ਕਿਤੇ ਨਾ ਕਿਤੇ ਵੀਡੀਓ ਸੋਸ਼ਲ ਮੀਡੀਆ ਤੇ ਜ਼ਰੂਰ ਦੇਖੀ ਹੋਣੀ ਕਿ ਸ਼ਟਰ ਲੱਗੇ ਹੁੰਦੇ ਆ ਤੇ ਇੱਕ ਛੋਟਾ ਜਿਹਾ ਵਿੱਚ ਡੱਬੀ ਜੀ ਪਾਈ ਹੁੰਦੀ ਹੈ ਜਿਸ ਦੇ ਵਿੱਚ ਤੁਸੀਂ ਆਰਾਮ ਨਾਲ ਜਿਹੜੀ ਬੋਤਲ ਹੈ ਜਾਂ ਤੁਸੀਂ ਆਵਾਜ਼ ਮਾਰ ਲੈਂਦੇ ਹੋ ਕਿ
ਸਾਨੂੰ ਸ਼ਰਾਬ ਚਾਹੀਦੀ ਹੈ ਤਾਂ ਆਸਾਨੀ ਨਾਲ ਹੁਣ ਵੀ ਸ਼ਰਾਬ ਮਿਲ ਰਹੀ ਹੈ। ਤੇ ਪਿਛਲੇ ਲੋਕਡਾਊਨ ਦੀ ਗੱਲ ਕੀਤੀ ਜਾਵੇ ਤਾਂ ਇਹ ਵੀਡੀਓ ਲਗਾਤਾਰ ਸਾਹਮਣੇ ਆਉਂਦੀਆਂ ਸਨ ਕਿ ਸ਼ਰਾਬ ਦੀ ਵਿਕਰੀ ਹੈ ਜਿਹੜੀ ਉਸੇ ਤਰ੍ਹਾਂ ਚੱਲ ਰਹੀ ਹੈ। ਫਿਰ ਆਮ ਵਿਅਕਤੀ ਤੇ ਇਸ ਤਰ੍ਹਾਂ ਦੀਆਂ ਪਾਬੰਦੀਆਂ ਕਿਉਂ? ਤੁਸੀਂ ਆਪ ਹੀ ਦੇਖ ਲਓ ਜੀ, ਸਾਡੇ ਤਾਂ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਚੱਕ ਕੇ ਪਹਿਲੇ ਦਿਨ ਹੀ ਸਹੁੰ ਖਾਧੀ ਸੀ ਕਿ ਮੈਂ ਨਸ਼ਾ 2 ਹਫ਼ਤਿਆਂ 'ਚ ਖਤਮ ਕਰ ਦਾਂਗਾ। ਜਿਹੜੇ ਸਾਡੇ ਸਰਕਾਰਾਂ ਮੌਕੇ ਤੇ ਜਿੱਤਣ ਦੇ ਟਾਈਮ ਤੇ ਲਾਲਚ ਦੇ ਕੇ ਲੋਕਾਂ ਨੂੰ ਗੁਟਕਾ ਸਾਹਿਬ ਦੀਆਂ ਸੌਹਾਂ ਖਾ ਕੇ ਪਰਮਾਤਮਾ ਨੂੰ ਧੋਖਾ ਦੇ ਸਕਦੇ ਨੇ। ਤੁਹਾਨੂੰ ਲੱਗਦਾ ਹੈ ਕਿ ਇੱਕ ਠੇਕੇ ਸਾਡੀ ਜ਼ਿੰਦਗੀ ਚਲਾ ਰਹੇ ਨੇ? ਸਾਡੇ ਵੈਬਸਾਈਟ ਠੇਕੇ ਦੇ ਸਿਰ ਤੇ ਖੜੇ ਨੇ। ਕਿੱਥੇ ਅਸੀਂ ਨਸ਼ਾ ਬੰਦ ਕਰਨ ਦੀਆਂ ਸੌਹਾਂ ਖਾਂਦੇ ਨੇ, ਕਿੱਥੇ ਅਸੀਂ ਨਸ਼ੇ ਨੂੰ ਪ੍ਰਮੋਟ ਕਰ ਰਹੇ ਹਾਂ। ਅਸੀਂ ਕਹਿੰਦੇ ਆ ਜੀ ਨਸ਼ਾ ਜ਼ਰੂਰੀ ਆ ਜੀ, ਠੇਕੇ ਖੋਲੋ ਜੀ ਪਹਿਲਾਂ। ਜਿਹੜਾ ਬੰਦੇ ਦੇ ਕੋਲ 100 ਰੁਪਇਆ ਜੀ ਜੇਬ 'ਚ, ਉਹ ਦਾਰੂ ਦੀ ਬੋਤਲ ਲੈ ਕੇ ਆ ਕੇ ਜੀ ਪੀ ਕੇ ਪੈ ਜਾਏਗਾ, ਪਰ ਉਹਨੂੰ ਇਹ ਨਹੀਂ ਪਤਾ ਕਿ ਮੇਰੇ ਬੱਚੇ ਨੇ ਦੁੱਧ ਪੀਤਾ ਕਿ ਨਹੀਂ ਪੀਤਾ। ਇਹ ਕੈਪਟਨ ਸਾਹਿਬ ਕਿੱਦਾਂ ਜਾਣਨਗੇ ਇਹਨਾਂ ਚੀਜ਼ਾਂ ਬਾਰੇ? ਕਿਉਂਕਿ ਉਹਨਾਂ ਨੇ ਤਾਂ ਇਹੋ ਜਿਹੀ ਲਾਈਫ ਜੀ ਨਹੀਂ ਨਾ। ਸਾਡੇ ਤਾਂ ਆਲੇ ਦੁਆਲੇ ਅਸੀਂ ਉਹਨਾਂ ਲੋਕਾਂ ਨੂੰ ਦੇਖਦੇ ਆ। ਉਹ ਬੰਦੇ ਕੋਲ ਜੇ 100 ਰੁਪਇਆ ਉਹਨੇ ਕਮਾਇਆ ਨਾ ਜੀ, ਔਖੇ ਸੌਖੇ ਉਹਨੇ ਦਾਰੂ ਦੀ ਬੋਤਲ ਨੂੰ ਪ੍ਰੈਫਰ ਕਰਨਾ। ਜਿਹੜਾ ਸ਼ਰਾਬੀ ਆ ਉਹ ਘਰੇ ਦੁੱਧ ਜਾਂ ਆਟਾ ਨਹੀਂ ਲੈ ਕੇ ਜਾਏਗਾ। ਤੇ ਕੈਪਟਨ ਸਾਹਿਬ ਕਹਿੰਦੇ ਨੇ ਜੀ ਮੈਨੂੰ ਠੇਕੇ ਖੋਲੇ ਬਿਨਾ ਮੇਰਾ ਰੈਵਨਿਊ ਨਹੀਂ ਆਉਂਦਾ। ਤੇ ਬਾਕੀ ਸਰਕਾਰਾਂ ਦੇ ਖਾਤੇ ਕਿੱਥੇ ਗਏ? ਉਹ ਖਾਲੀ ਕਿਵੇਂ ਹੋ ਗਏ? ਜ਼ਿੰਦਗੀ ਨਾਲ ਖੇਡ ਕੇ ਹੀ ਰੈਵਨਿਊ ਆ ਸਕਦਾ। ਤੁਸੀਂ ਮੈਨੂੰ ਦੱਸੋ ਕਿਹੜੇ ਨਸ਼ੇ ਬੰਦ ਕਰਤੇ ਕੈਪਟਨ ਨੇ? ਹੁਣ ਤੁਸੀਂ ਦੱਸ ਦਿਓ ਪੰਜਾਬ ਗਵਰਨਮੈਂਟ ਨੇ ਕਿਹੜੇ ਨਸ਼ੇ ਬੰਦ ਕਰਵਾਤੇ ਹੁਣ ਤੱਕ? ਕਿੰਨੀਆਂ ਸਾਡੀ ਨੌਜਵਾਨੀ ਆ ਜਿਹੜੀ ਮੌਤ ਦੇ ਮੂੰਹ 'ਚ ਜਾ ਪਈ ਆ। ਬਿਲਕੁਲ। ਤੇ ਹਜੇ ਇਹ ਕਹਿੰਦੇ ਨੇ ਜੀ ਰੈਵਨਿਊ ਮੈਨੂੰ ਦਾਰੂ ਤੋਂ ਆਉਂਦਾ ਜੀ, ਮੈਨੂੰ ਨਸ਼ਿਆਂ ਤੋਂ ਆਉਂਦਾ ਜੀ। ਕਿਹਨਾਂ ਦੀ ਆੜ 'ਚ ਚੱਲਦਾ ਹੈ ਸਭ ਕੁਝ? ਤੁਹਾਨੂੰ ਵੀ ਪਤਾ। ਕਿਉਂ ਨਹੀਂ ਗਵਰਨਮੈਂਟ ਇਹਨਾਂ ਚੀਜ਼ਾਂ ਦੇ ਖਿਲਾਫ ਸਖਤ ਕਦਮ ਉਠਾਉਂਦੀ? ਠੇਕੇ ਖੋਲਣਾ ਜ਼ਰੂਰੀ ਹੋ ਗਿਆ, ਦੁੱਧ ਦੀ ਦੁਕਾਨ ਖੋਲਣੀ ਜ਼ਰੂਰੀ ਨਹੀਂ ਆ। ਇੱਕ ਕੱਪੜੇ ਦਾ ਵਪਾਰੀ, ਮੰਨ ਲਓ ਕਿਸੇ ਦੀ ਡੈਥ ਹੋ ਜਾਂਦੀ ਹੈ, ਚਲੋ ਰੱਬ ਨਾ ਕਰੇ ਕਿਸੇ ਨਾਲ ਏਦਾਂ ਹੋਵੇ, ਉਹਦੇ ਤੇ ਕਫਨ ਪਾਉਣ ਲਈ ਦੁਕਾਨ ਨਹੀਂ ਚਾਹੀਦੀ ਕੱਪੜੇ ਦੀ? ਹਰ ਇੱਕ ਨੇ ਘਰੇ ਕਫਨ ਖਰੀਦ ਕੇ ਰੱਖੇ ਹੋਏ ਨੇ, ਕਿਉਂਕਿ ਮੌਤ ਦੀ ਕਗਾਰ ਤੇ ਤਾਂ ਹਰ ਬੰਦਾ ਖੜਾ ਅੱਜ ਦੇ ਟਾਈਮ ਦੇ ਵਿੱਚ। ਕਿਸੇ ਨੂੰ ਕੋਈ ਪਤਾ ਨਹੀਂ ਕਿਹੜੇ ਟਾਈਮ ਉਹਨੂੰ ਇਹ ਬਿਮਾਰੀ ਨੇ ਘੇਰ ਲੈਣਾ, ਕਰੋਨਾ ਹੋ ਜਾਣਾ। ਕਿਉਂਕਿ ਸਾਡੇ ਤਾਂ ਹਸਪੀਟਲ ਬੜੇ ਯੂਨੀਕ ਬਣਾ ਦਿੱਤੇ ਆ ਨਾ ਸਾਡੀ ਗਵਰਨਮੈਂਟ ਨੇ। ਹਰ ਬੰਦੇ ਨੇ ਸਿਉਂਕ ਵਾਂਗੂ ਸਾਡੇ ਦੇਸ਼ ਨੂੰ ਖਾਧਾ ਹੈ, ਹਰ ਪਾਰਟੀ ਨੇ। ਜਦੋਂ ਵੀ ਉਹ ਸੱਤਾ 'ਚ ਆਈ ਆ, ਕਿਹਨੇ ਦੇਸ਼ ਦੇ ਬਾਰੇ ਸੋਚਿਆ? ਦੱਸੋ ਮੈਨੂੰ। ਫਿਰ ਗੱਲ ਕਰਦੇ ਆ ਜੀ ਸਾਡਾ ਰੈਵਨਿਊ ਠੇਕਿਆਂ ਤੋਂ ਆਉਂਦਾ, ਦਾਰੂ ਤੋਂ ਆਉਂਦਾ। ਕਿਉਂ? ਕੀ ਗੱਲ ਜੀ? ਅਗਰ ਕੁਝ ਟਾਈਮ ਅਸੀਂ ਨਸ਼ਿਆਂ ਨੂੰ ਅਵੋਇਡ ਕਰਕੇ ਅਸੀਂ ਆਮ ਜਨਤਾ ਦੇ ਦੁੱਖ ਦਰਦ ਨੂੰ ਸਮਝ ਸਕੀਏ ਤਾਂ ਕਿਉਂ ਨਹੀਂ ਸਮਝ ਸਕਦੇ? ਤੁਸੀਂ ਵੀ ਨੋਟ ਕਰਿਆ ਨਾ, ਤੁਸੀਂ ਵੀ ਇੱਕ ਆਮ ਜ਼ਿੰਦਗੀ ਜੀਂਦੇ ਹੋ, ਅਸੀਂ ਵੀ ਆਮ ਜ਼ਿੰਦਗੀ ਜੀਂਦੇ ਆ। ਤੁਸੀਂ ਦੱਸੋ, ਇੱਕ ਬੰਦਾ ਦਾਰੂ ਦੀ ਬੋਤਲ ਲਿਆ ਕੇ ਘਰੇ ਲਿਆ ਕੇ ਪੀ ਕੇ ਸੌਂ ਜਾਊਗਾ ਤੇ ਘਰ ਵਾਲੇ ਜਦੋਂ ਰੋਟੀ ਮੰਗਦੇ ਜਾਂ ਬੱਚੇ ਰੋਟੀ ਮੰਗਦੇ ਉਹ ਕੁੱਟ ਕਟਾਪਾ ਕਰਦਾ। ਕਿਹਦੇ ਘਰ 'ਚ ਨਹੀਂ ਹੋ ਰਿਹਾ ਕਲੇਸ਼? ਤੁਸੀਂ ਮੈਨੂੰ ਦੱਸੋ ਅੱਜ ਦੇ ਟਾਈਮ ਵਿੱਚ ਵੀ। ਤੇ ਤੁਸੀਂ ਦੇਖੋ ਡਬਲ ਪੇਮੈਂਟ ਦੇ ਡਬਲ ਰੇਟ ਦੇ ਉੱਤੇ ਵੀ ਦਾਰੂ ਕਿੰਨੇ ਕਰੋੜਾਂ 'ਚ ਵਿਕੀ ਆ। ਤੁਸੀਂ ਸਮਝ ਸਕਦੇ ਹੋ ਨਾ? ਦਾਰੂ ਲਈ ਇਹ ਲੋਕ ਪੈਸੇ ਕੱਢ ਸਕਦੇ ਆ, ਘਰੇ ਆਟੇ ਲਈ ਪੈਸੇ ਨਹੀਂ ਹੈਗੇ ਇਹਨਾਂ ਕੋਲ। ਬਿਲਕੁਲ। ਇਹ ਸਾਡੀ ਤਰਾਸਗੀ ਆ, ਸਾਡੇ ਸਮਾਜ ਦੀ, ਸਾਡੇ ਪੰਜਾਬ ਦੀ ਨਹੀਂ, ਸਾਰੀ ਇੰਡੀਆ ਦੀ ਤਰਾਸਗੀ ਹੈ ਇਹ। ਅਗਰ ਸਾਡੀਆਂ ਸਰਕਾਰਾਂ ਚਾਹਣ, ਨੋਟਬੰਦੀ ਬੜੀ ਸਖਤੀ ਨਾਲ ਹੋ ਸਕਦੀ ਹੈ, ਦਾਰੂਬੰਦੀ ਨਹੀਂ ਹੋ ਸਕਦੀ। ਕਿਉਂ? ਅਸੀਂ ਵਿਵਸਾਏ ਦੇ ਲਈ, ਅਸੀਂ ਰੈਵਨਿਊ ਦੇ ਲਈ ਫੈਕਟਰੀਆਂ ਜਾਂ ਹੋਰ ਕੰਮ ਨਹੀਂ ਖੋਲ ਸਕਦੇ ਜਿਹਦੇ ਲਈ ਸਾਡੇ ਬੱਚੇ ਬਾਹਰ ਜਾ ਰਹੇ ਨੇ? ਸਾਡੇ ਬੱਚਿਆਂ ਦੀ ਲਾਈਫ ਨਹੀਂ ਹੈਗੀ ਇੱਥੇ। ਅਸੀਂ ਕਮਿਸ਼ਨ ਬੇਸ ਤੇ ਯੂਨੀਵਰਸਿਟੀਆਂ ਤਾਂ ਖੋਲਤੀਆਂ ਲੇਕਿਨ ਨੌਕਰੀਆਂ ਪ੍ਰੋਵਾਈਡ ਨਹੀਂ ਕਰਾਈਆਂ। ਅੱਧਾ ਪੰਜਾਬ ਖਾਲੀ ਹੋ ਗਿਆ, ਕੈਨੇਡਾ ਜਾ ਬੈਠਿਆ ਹੈ। ਕਿਸੇ ਦੇ ਬਜ਼ੁਰਗ ਦੇ ਸੰਸਕਾਰ ਕਰਨ ਲਈ ਉਹਨਾਂ ਦੇ ਬੱਚੇ ਇੱਥੇ, ਜਿਹਨਾਂ ਦੇ ਬੱਚੇ ਆਪਣੀ ਜ਼ਿੰਦਗੀ ਬਣਾਉਣ ਲਈ ਉਹਨਾਂ ਨੇ ਆਪਣੇ ਕਲੇਜੇ ਦੇ ਟੁਕੜੇ ਬਾਹਰ ਭੇਜਤੇ। ਤੁਸੀਂ ਮੈਨੂੰ ਦੱਸੋ ਕਿੱਥੇ ਅਸੀਂ ਕਦੋਂ ਤਰੱਕੀ ਕਰਾਂਗੇ? ਕਦੋਂ ਅਸੀਂ ਸਰਵਾਈਵ ਕਰਾਂਗੇ ਬਾਹਰਲੀਆਂ ਕੰਟਰੀਆਂ ਵਾਂਗੂ? ਜਦੋਂ ਸਾਡੀਆਂ ਸਰਕਾਰਾਂ ਹੀ ਸਾਨੂੰ ਖਾਈ ਜਾਣਗੀਆਂ, ਵਾੜੀ ਖੇਤ ਨੂੰ ਖਾਈ ਜਾਏਗੀ ਤੇ ਕਿੱਦਾਂ ਸਰਵਾਈਵ ਕਰਾਂਗੇ? ਬਿਲਕੁਲ। ਮੈਨੂੰ ਸਿਰਫ ਮੇਰੇ ਆਪਣੇ ਕੁਝ ਸਵਾਲ ਨੇ, ਮੈਂ ਇਹਨਾਂ ਸਵਾਲਾਂ ਕਰਕੇ ਹੀ ਮੈਨੂੰ ਲੱਗਿਆ ਕਿ ਮੈਨੂੰ ਆਮ ਆਦਮੀ ਪਾਰਟੀ ਨਾਲ ਜੋੜਨਾ ਚਾਹੀਦਾ। ਇਸ ਕਰਕੇ ਮੈਂ ਨਵੀਂ ਪਾਰਟੀ ਨੂੰ ਤੇ ਨਵੀਂ ਸੋਚ ਨੂੰ ਤੇ ਕੇਜਰੀਵਾਲ ਸਾਹਿਬ ਦੀ ਜਿਹੜੀ ਸੋਚ ਆ ਉਹ ਤੇ ਪਹਿਰਾ ਦਿੱਤਾ ਤੇ ਮੈਂ ਇਸ ਪਾਰਟੀ ਨੂੰ ਜੁਆਇਨ ਕੀਤਾ। ਅੱਛਾ, ਜਿਵੇਂ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕੀਤਾ, ਜਿਵੇਂ ਹੁਣ 2022 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਨੇ, ਉਸ ਦੇ ਵਿੱਚ ਜਦ 2017 ਦੀਆਂ ਵਿਧਾਨ ਸਭਾ ਚੋਣਾਂ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਨੌਕਰੀ ਦੇਣ ਦਾ ਤੇ ਜਿਹੜਾ ਕਰਜ਼ਾ ਮਾਫੀ ਦਾ ਤੇ ਜਿਹੜੇ ਹੋਰ ਜਿਵੇਂ ਕਿ ਤੁਸੀਂ ਗੱਲ ਕੀਤੀ ਕਿ ਨਸ਼ਾ ਮੁਕਤ ਕਰਨ, ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਜਿਹੜਾ ਮੁੱਦੇ ਉਠਾ ਕੇ ਇਹ ਵੱਡੇ ਕਾਰਨ ਰਹੇ ਸਨ ਜਦ 2017 ਦੇ ਵਿੱਚ ਕੈਪਟਨ ਸਰਕਾਰ ਸੱਤਾ ਦੇ ਵਿੱਚ ਆਈ ਸੀ। ਤਾਂ ਹੁਣ ਜਿਹੜੀ ਆਮ ਆਦਮੀ ਪਾਰਟੀ ਆ ਉਹ ਕਿਹੜੇ ਮੁੱਦਿਆਂ ਨੂੰ ਲੈ ਕੇ ਲੋਕਾਂ ਦੀ ਕਚਹਿਰੀ ਦੇ ਵਿੱਚ ਜਾਵੇਗੀ ਕਿ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆ ਸਕੇ? ਜੀ ਦੇਖੋ ਜੀ, ਮੁੱਦੇ ਤਾਂ ਸੇਮ ਨੇ। ਪਹਿਲਾਂ ਤਾਂ ਰੋਟੀ ਰੋਜੀ ਦਾ ਹੀ ਮੁੱਦਾ ਹੈ ਸਭ ਤੋਂ ਵੱਡਾ, ਫਿਰ ਸਿੱਖਿਆ ਦਾ, ਬਿਜਲੀ ਦਾ, ਹਨਾ। ਤੁਸੀਂ ਦੇਖੋ ਜ਼ਰੂਰਤ ਦੀਆਂ, ਰੋਜ਼ ਜ਼ਰੂਰਤ ਦੀਆਂ ਜਿਹੜੀਆਂ ਸਾਡੀਆਂ ਚੀਜ਼ਾਂ ਨੇ, ਪਹਿਲਾਂ ਉਹ ਮੁੱਦਾ ਹੈ, ਬਾਕੀ ਮੁੱਦੇ ਬਾਅਦ ਚ ਨੇ। ਜੇ ਸਿੱਖਿਆ ਨਹੀਂ ਹੋਏਗੀ ਤਾਂ ਅਸੀਂ ਅੱਗੇ ਨਹੀਂ ਵਧਾਂਗੇ। ਕਹਿੰਦੇ ਨਹੀਂ ਕਿਸੇ ਦੇਸ਼ ਨੂੰ ਅਗਰ ਪਿੱਛੇ ਸਿੱਟਣਾ ਹੋਵੇ ਤਾਂ ਉਹਦੀ ਸਿੱਖਿਆ ਦੇ ਉੱਤੇ ਜਿਹੜਾ ਉਹਦੀ ਜਿਹੜੀ ਨਿਊ ਜਨਰੇਸ਼ਨ ਆ ਉਹਨੂੰ ਸਿੱਖਿਆ ਤੋਂ ਵਾਂਝਾ ਕਰ ਦੋ। ਨਾ ਨਿਊ ਚੰਗੇ ਡਾਕਟਰ ਪੈਦਾ ਹੋਣਗੇ, ਨਾ ਵਕੀਲ ਆਉਣਗੇ, ਨਾ ਸਾਡਾ ਕੋਈ ਬਿਜ਼ਨਸਮੈਨ ਖੜਾ ਹੋਏਗਾ। ਇਹ ਸਿਰਫ ਤੇ ਸਿਰਫ ਸਾਡੀ ਇਹ ਜੜਾਂ ਖੋਖਲੀਆਂ ਕਰਨ ਵਾਲੇ ਕੰਮ ਨੇ। ਜਦੋਂ ਅਸੀਂ ਕਹਿੰਦੇ ਆ ਸਾਨੂੰ ਮੌਕਾ ਦੇਵੇ,
ਸਾਡੇ ਪੰਜਾਬ ਦੇ ਵਾਸੀ, ਸਾਡੇ ਇੰਡੀਆ ਦੇ ਵਾਸੀ ਸਾਨੂੰ ਮੌਕਾ ਦੇਣ ਤੇ ਅਸੀਂ ਆਪਣੀਆਂ ਜਿਹੜੀਆਂ ਕਾਰਗੁਜ਼ਾਰੀਆਂ ਕਰਕੇ ਵਿਖਾਵਾਂਗੇ। ਸੱਤਾ 'ਚ ਆਵਾਂਗੇ ਤਾਂ ਕੁਝ ਕਰਾਂਗੇ ਨਾ ਜੀ। ਤੁਹਾਨੂੰ ਵੀ ਪਤਾ ਹੈ ਕਿ ਕੇਜਰੀਵਾਲ ਸਾਹਿਬ ਦਾ ਕੰਮ ਕਰਨ ਦਾ ਸਟਾਈਲ ਦਿੱਲੀ 'ਚ ਤੁਹਾਨੂੰ ਵੀ ਦਿਖ ਰਿਹਾ, ਸਭ ਨੂੰ ਦਿਖ ਰਿਹਾ, ਪਰ ਜੋ ਆਕਸੀਜਨ ਨਾ ਦਿੱਲੀ 'ਚ ਬਣ ਰਹੀ ਆ ਤੇ ਨਾ ਆਕਸੀਜਨ ਉਹਨਾਂ ਨੇ ਕੋਈ ਉਹ ਕੀਤੀ ਆ। ਕਦੇ ਕੋਈ ਕਿਸਾਨਾਂ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ, ਕਦੇ ਕਿਤੇ। ਤੁਹਾਨੂੰ ਵੀ ਪਤਾ ਹੈ ਕਿ ਆਕਸੀਜਨ ਬਲੈਕਮੇਲਿੰਗ ਕਿੱਥੇ ਹੋ ਰਹੀ ਹੈ ਤੇ ਕਿੱਥੇ ਰੋਕੀ ਗਈ ਹੈ, ਹਨਾ। ਸਾਨੂੰ ਵੀ ਪਤਾ ਹੈ ਅਗਰ ਕੇਜਰੀਵਾਲ ਸਾਹਿਬ ਨੂੰ ਇਹ ਡਾਊਨ ਕਰ ਸਕਦੇ ਆ ਤੇ ਸਿਰਫ ਇਹਨਾਂ ਨੇ ਇੱਥੇ ਆ ਕੇ ਇੱਕ ਪੋਲਿਟਿਕਸ ਖੇਡੀ ਆ ਆਕਸੀਜਨ ਵਾਲੀ। ਤੁਸੀਂ ਦੱਸੋ ਪਿਛਲੀ ਵਾਰ ਕਰੋਨਾ ਹੋਇਆ ਸੀ, ਕਿਉਂ ਨਹੀਂ ਕਿਸੇ ਨੂੰ ਲੋੜ ਪਈ ਆਕਸੀਜਨ ਦੀ? ਤੁਸੀਂ ਦਿੱਲੀ ਦੇ ਵਿੱਚ ਦੇਖੋ ਕਿਹੋ ਜਿਹੇ ਸਕੈਂਡਲ ਹੋ ਰਹੇ ਨੇ, ਤੁਹਾਡੇ ਸਾਹਮਣੇ ਵੀ ਆ ਰਹੇ ਨੇ। ਮੈਂ ਵੀ ਵੀਡੀਓ ਦੇਖ ਰਹੀ ਹਾਂ ਕਿ 1000 ਰੁਪਏ ਦਿਹਾੜੀ ਦੇ ਉੱਤੇ ਇੱਕ ਬੰਦੇ ਨੂੰ ਤੁਸੀਂ ਬੈੱਡ ਦੇ ਕੇ ਪਾਤਾ ਤੇ ਕੋਈ ਅਮੀਰ ਜਾ ਕੇ ਉਹ ਬੈੱਡ ਲੱਖ ਲੱਖ ਰੁਪਏ ਵਿੱਚ ਖਰੀਦ ਰਿਹਾ। ਬਿਲਕੁਲ, ਤੁਸੀਂ ਖੁਦ ਸੋਚੋ ਨਾ ਇੱਕ ਚੀਜ਼ ਨੂੰ ਕਿ ਕਿਸ ਤਰ੍ਹਾਂ ਸਿਸਟਮ ਸਾਡਾ ਗਰਕਦਾ ਜਾ ਰਿਹਾ। ਤੇ ਕਿਉਂ ਨਹੀਂ ਪੰਜਾਬ ਸਰਕਾਰ ਨੂੰ ਨਜ਼ਰ ਆਉਂਦਾ ਬਈ? ਕਿਉਂ ਨਹੀਂ ਅਸੀਂ ਸਪੋਰਟ ਕਰ ਸਕਦੇ? ਕਿਉਂ ਨਹੀਂ ਜਥੇਬੰਦੀਆਂ ਅੱਗੇ ਆ ਰਹੀਆਂ ਬਈ? ਕਿਉਂ ਨਹੀਂ ਧਾਰਮਿਕ ਸੰਸਥਾਵਾਂ ਅੱਗੇ ਆ ਰਹੀਆਂ ਸਪੋਰਟ ਕਰਨ ਦੇ ਵਿੱਚ? ਸਿੱਖ ਧਰਮ ਹਰ ਜਗ੍ਹਾ ਤੇ ਸਪੋਰਟ ਕਰ ਰਿਹਾ, ਸਾਡੇ ਸਿੱਖ ਸੰਸਥਾਵਾਂ ਹਰ ਜਗ੍ਹਾ ਤੇ ਸਪੋਰਟ ਕਰ ਰਹੀਆਂ ਨੇ। ਗੁਰੂ ਘਰਾਂ ਦੇ ਵਿੱਚ ਦੇਖੋ ਆਕਸੀਜਨ ਦੇ ਲੰਗਰ ਲੱਗੇ ਹੋਏ ਨੇ। ਤੇ ਸਾਡੀ ਮਤਲਬ ਮੈਨੂੰ ਐਂ ਲੱਗਦਾ ਕਿ ਜਦੋਂ ਸਾਡੀ ਪਾਰਟੀ ਆਉਂਦੀ ਆ ਤੇ ਆਮ ਆਦਮੀ ਪਾਰਟੀ ਆਮ ਇਨਸਾਨ ਦੀ ਪਾਰਟੀ ਆ ਤੇ ਆਮ ਇਨਸਾਨਾਂ ਦੇ ਦੁੱਖ ਦਰਦ ਨੂੰ ਸਮਝੇਗੀ ਤੇ ਜਿਹੜੇ ਸਾਰੇ ਪੈਂਡਿੰਗ ਮੁੱਦੇ ਪਏ ਨੇ ਉਹਨਾਂ ਦੇ ਉੱਤੇ ਕੰਮ ਵੀ ਜ਼ਰੂਰ ਹੋਏਗਾ। ਤੁਹਾਨੂੰ ਵੀ ਪਤਾ, ਕਿਉਂਕਿ ਮੌਕਾ ਮਿਲਣਾ ਬਹੁਤ ਵੱਡੀ ਗੱਲ ਹੁੰਦੀ ਆ ਤੇ ਮੌਕਾ ਜਨਤਾ ਨੇ ਦੇਣਾ। ਤੇ ਜਦੋਂ ਮੌਕਾ ਜਨਤਾ ਤੋਂ ਮਿਲੇਗਾ ਤੇ ਜ਼ਰੂਰ ਸਾਡੀ ਪਾਰਟੀ ਆ ਕਾਰਗੁਜ਼ਾਰੀ ਕਰਕੇ ਦਿਖਾਏਗੀ ਤੇ ਲੋਕਾਂ ਦੇ ਦਿਲਾਂ ਦੇ ਉੱਤੇ ਜਿਹੜੀ ਆਪਣੀ ਇੱਕ ਛਾਪ ਛੱਡੇਗੀ ਤੇ ਲੋਕਾਂ ਦੀ ਸੇਵਾ ਵੀ ਕਰੇਗੀ। ਤੇ ਮੈਂ ਤਾਂ ਇਹੀ ਗੁਜ਼ਾਰਿਸ਼ ਕਰੂੰਗੀ ਕਿ ਹਜੇ ਵੀ ਸਮਝੋ, ਬਹੁਤ ਹੋ ਗਿਆ, ਹੁਣ ਸਮਝਦਾਰੀ ਨਾਲ ਕੰਮ ਲਿਓ, ਹੁਣ ਆਪਣੀ ਜ਼ਮੀਰ ਤੋਂ ਕੰਮ ਲਿਓ। ਇੱਕ 500 ਰੁਪਏ ਦੀ ਵੋਟ ਤੇ ਜਾਂ ਕਹਿੰਦੇ ਨਹੀਂ ਹੁੰਦੇ ਨੋਟ ਤੇ ਨਾ ਵਿਕ ਜਿਓ ਤੇ ਇੱਕ ਦਾਰੂ ਦੇ ਉੱਤੇ ਨਾ, ਨਸ਼ਿਆਂ ਦੇ ਉੱਤੇ ਨਾ ਵਿਕਿਓ, ਕਿਉਂਕਿ ਇਹ ਨਸ਼ੇ ਤੁਹਾਡੀ ਜ਼ਿੰਦਗੀ ਨੂੰ, ਆਉਣ ਵਾਲੀ ਪੀੜ੍ਹੀ ਨੂੰ ਖੋਖਲਾ ਕਰ ਦੇਣਗੇ। ਅੱਛਾ, ਇੱਕ ਚੀਜ਼ ਹੋਰ, ਜਿਵੇਂ ਜਿਹੜੇ ਬੰਗਾਲ ਦੇ ਨਤੀਜੇ ਆਏ ਆ, ਮਮਤਾ ਬੈਨਰਜੀ ਤੀਜੀ ਵਾਰ ਮੁੱਖ ਮੰਤਰੀ ਬਣਿਆ ਤੇ ਨਰਿੰਦਰ ਮੋਦੀ ਹੋਰਾਂ ਦਾ ਜਿਹੜਾ ਬੀਜੇਪੀ ਪਾਰਟੀ ਦਾ ਬਹੁਤ ਵੱਡਾ ਜ਼ੋਰ ਲੱਗਿਆ ਹੋਇਆ ਸੀ ਤੇ ਕਿਸਾਨ ਜਿਹੜੇ ਬੀਜੇਪੀ ਦੇ ਵਿਰੋਧ ਦੇ ਵਿੱਚ ਜਿਹੜਾ ਪ੍ਰਚਾਰ ਕਰ ਰਹੇ ਸੀ, ਉਹਨਾਂ ਨਤੀਜਿਆਂ ਨੂੰ ਕਿਵੇਂ ਦੇਖਦੇ ਹੋ? ਕੀ ਉਹਨਾਂ ਦਾ ਇੰਪੈਕਟ ਹੈ ਜਿਹੜਾ ਪੰਜਾਬ ਦੇ ਵਿੱਚ ਹੋ ਸਕਦਾ ਜੀ? ਓਬਵੀਅਸਲੀ ਪੰਜਾਬ ਦੇ ਵਿੱਚ ਵੀ ਇਸੇ ਤਰ੍ਹਾਂ ਬੀਜੇਪੀ ਨੂੰ ਧੋਇਆ ਜਾਣਾ ਚਾਹੀਦਾ। ਮੇਰੇ ਹਿਸਾਬ ਨਾਲ ਬਹੁਤ ਦੁੱਖ ਦਿੱਤੇ ਨੇ ਉਹਨਾਂ ਨੇ। ਸਾਡੇ ਕਿਸਾਨ ਵੀਰ ਦੇਖੋ ਕਿੰਨੇ ਮਹੀਨਿਆਂ ਤੋਂ ਰੁਲ ਰਹੇ ਨੇ। ਪੂਰੀ ਸਰਦੀ ਉਹਨਾਂ ਨੇ ਆਪਣੇ ਪਿੰਡੇ ਤੇ ਹੰਡਾਈ ਆ ਤੇ ਪੂਰੀ ਗਰਮੀ ਪਿੰਡੇ ਤੇ ਹੰਡਾਈ ਜਾ ਰਹੀ ਆ। ਕੀ ਕਸੂਰ ਆ ਸਾਡੇ ਅੰਨਦਾਤਾ ਦਾ? ਤੁਸੀਂ ਦੱਸੋ। ਇੱਕ ਧੱਕੇ ਨਾਲ ਸਾਡੇ ਮੂੰਹ ਦੇ ਵਿੱਚ ਇਹ ਠੂਸ ਰਹੇ ਆ ਆਪਣੇ ਜਿਹੜੇ ਬਿੱਲ ਨੇ। ਜਦੋਂ ਸਾਨੂੰ ਨਹੀਂ ਮਨਜ਼ੂਰ ਤੇ ਕੀ ਫਰਕ ਪੈਂਦਾ ਸੀ ਸਰਕਾਰ ਦੇ? ਵੀ ਸਾਡੇ ਮੋਦੀ ਸਾਹਿਬ ਕਿਉਂ ਨਹੀਂ ਵਾਪਸ ਲੈ ਸਕਦੇ ਸੀ? ਜਨਤਾ ਤੋਂ ਵੱਡਾ ਤਾਂ ਕੋਈ, ਜਨਾਰਦਨ ਤੋਂ ਵੱਡਾ ਤਾਂ ਕੋਈ ਰਾਜ ਨਹੀਂ ਨਾ। ਜੇ ਲੋਕ ਸ਼ਾਸਕ ਆ ਤੇ ਲੋਕਤੰਤਰ ਆ ਤੇ ਲੋਕਾਂ ਦੀ ਗੱਲ ਵੀ ਸੁਣੀ ਜਾਣੀ ਚਾਹੀਦੀ ਹੈ ਨਾ। ਕਿਉਂ? ਮੈਂ ਮੰਨਦੀ ਹਾਂ ਕਿ ਕਿਸਾਨੀ ਸੰਘਰਸ਼ ਦਾ ਅਸਰ ਪਿਆ ਹੈ ਬੰਗਾਲ 'ਚ ਤੇ ਲੋਕਾਂ ਨੇ ਸਾਥ ਦਿੱਤਾ ਹੈ, ਸਹੀ ਦਾ ਸਾਥ ਦਿੱਤਾ ਤੇ ਸਹੀ ਚੋਣ ਕੀਤੀ ਹੈ ਉਹਨਾਂ ਨੇ। ਤੇ ਮੈਂ ਚਾਹੁੰਦੀ ਹਾਂ ਪੰਜਾਬ ਦੇ ਵਿੱਚ ਵੀ, ਇੰਡੀਆ ਦੇ ਵਿੱਚ ਵੀ, ਸਾਡੇ ਇੱਧਰ ਵੀ, ਸਾਡੇ ਪੰਜਾਬ ਦੇ ਵਿੱਚ ਵੀ ਲੋਕ ਸਮਝਣ। ਤੇ ਓਬਵੀਅਸਲੀ ਵੈਸੇ ਤਾਂ 70% ਬੀਜੇਪੀ ਆਊਟ ਕਰ ਹੀ ਦਿੱਤੀ ਹੈ ਲੋਕਾਂ ਨੇ, ਉਹਨਾਂ ਦੀ ਆਪਣੀਆਂ ਹਰਕਤਾਂ ਕਰਕੇ ਆਊਟ ਹੋਈ ਆ। ਤੇ ਮੇਰੇ ਖਿਆਲ 'ਚ ਅੱਗੇ ਵੀ ਲੋਕੀ ਸਮਝਦਾਰ ਨੇ। ਜਨਤਾ ਜਨਾਰਦਨ ਦਾ ਬੈਸਟ ਅੱਛਾ ਹੀ ਸੋਚਦੀ ਹੈ ਤੇ ਅੱਛਾ ਹੀ ਕਰੇਗੀ। ਅੱਛਾ, ਇੱਕ ਚੀਜ਼ ਹੋਰ, ਜਿਵੇਂ ਹੁਣ ਤੁਸੀਂ ਕਿਸਾਨਾਂ ਦੀ ਗੱਲ ਕੀਤੀ ਹੈ ਕਿ ਜਿਹੜੇ ਲਗਾਤਾਰ ਕਿਸਾਨ ਨੇ ਉਹ ਪਹਿਲਾਂ ਪੰਜਾਬ ਦੇ ਵਿੱਚ ਪ੍ਰੋਟੈਸਟ ਕਰਦੇ ਰਹੇ, ਹਰਿਆਣਾ ਦੇ ਵਿੱਚ ਕਰਦੇ ਰਹੇ, ਫਿਰ ਹੁਣ ਕਰੀਬ ਹੁਣ 6 ਮਹੀਨੇ ਜਿਹੜੇ ਦਿੱਲੀ ਦੀਆਂ ਬਰੂਹਾਂ ਉੱਤੇ ਬੈਠੇ ਨੇ। ਤੁਹਾਨੂੰ ਕੀ ਲੱਗਦਾ ਕਿ ਕੀ ਅਜਿਹਾ ਫਸ ਗਿਆ ਕਿ ਕੇਂਦਰ ਸਰਕਾਰ ਉਹਨਾਂ ਦੀਆਂ ਜਿਹੜੀਆਂ ਮੰਗਾਂ ਨਹੀਂ ਮੰਨ ਰਹੀ ਤੇ ਲਗਾਤਾਰ ਜਿਹੜੇ ਕਈ ਆਗੂ ਨੇ ਬੀਜੇਪੀ ਦੇ ਉਹ ਵੀ ਲਗਾਤਾਰ ਕਹਿੰਦੇ ਰਹਿੰਦੇ ਆ ਕਿ ਜਿਹੜੀ ਗੱਲਬਾਤ ਹੈ ਉਹ ਤਾਂ ਹੋ ਸਕਦੀ ਹੈ ਪਰ ਜਿਹੜੇ ਖੇਤੀ ਕਾਨੂੰਨ ਨੇ ਉਹਨਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ? ਤੁਹਾਨੂੰ ਕੀ ਲੱਗਦਾ ਕਿ ਜਿਹੜੀ ਕੜੀ ਆ ਉਹ ਕਿੱਥੇ ਫਸੀ ਹੋਈ ਹੈ? ਕੜੀ ਦਾ ਜੀ ਇਹਨਾਂ ਦੀ ਆਪਸੀ ਨੈਗੋਸ਼ੀਏਟਿੰਗ ਵਿੱਚ ਹੋਣੀ ਹੈ ਜੀ। ਸਾਡੇ ਕਿਸਾਨ ਜਥੇਬੰਦੀਆਂ ਤੇ ਕੇਂਦਰ ਸਰਕਾਰ ਦੇ ਵਿੱਚ ਬਹਿ ਕੇ ਹੋਣੀ ਹੈ। ਤੇ ਜਦੋਂ ਤੱਕ ਇਹਨਾਂ ਦਾ ਆਪਸ ਵਿੱਚ ਬੈਠ ਕੇ ਇੱਕ ਜਿਹੜਾ ਆਪਣੇ ਪੁਆਇੰਟਸ ਡਿਕਲੇਅਰ ਨਹੀਂ ਹੋਣਗੇ, ਕਲੀਅਰ ਨਹੀਂ ਹੋਣਗੇ ਕੁਝ ਫੰਡੇ, ਉਹਨਾਂ ਚਿਰ ਇਹਨਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਤੇ ਮੇਰੇ ਖਿਆਲ 'ਚ ਕੇਂਦਰ ਸਰਕਾਰ ਨੂੰ ਮੰਨਣੀ ਚਾਹੀਦੀ ਆ। ਬਹੁਤ ਹੋ ਗਿਆ, ਬਹੁਤ ਜ਼ਿਆਦਾ ਲਾਸ ਅਸੀਂ ਝੱਲ ਲਿਆ, ਕਾਫੀ ਜ਼ਿਆਦਾ ਨੁਕਸਾਨ ਦੇ ਵਿੱਚ ਸਾਡਾ ਜਿਹੜਾ ਕਿਸਾਨ ਆ, ਸਾਡਾ ਕਿਸਾਨ ਵਰਗਾ ਜਿਹੜਾ ਜਾ ਰਿਹਾ। ਤੇ ਮੇਰੇ ਖਿਆਲ ਦੇ ਵਿੱਚ ਕਹਿੰਦੇ ਨਹੀਂ ਹੁੰਦੇ, ਆਪਣੀ ਜੜਾ ਆਪ ਪੱਟਣ ਵਾਲਾ ਕੰਮ ਹੋਇਆ ਕਿ ਜੇ ਅਸੀਂ ਮਤਲਬ ਕਿਸਾਨਾਂ ਦੀ ਪ੍ਰੋਬਲਮ ਸੋਲਵ ਨਹੀਂ ਕਰਦੇ ਤਾਂ ਬਹੁਤ ਜ਼ਿਆਦਾ ਨੁਕਸਾਨ ਅੱਗੇ ਵੀ ਦੇਖਣ ਨੂੰ ਮਿਲ ਸਕਦੇ ਆ। ਪਰ ਮੈਂ ਇਹੀ ਕਹੂੰਗੀ, ਗੁਜ਼ਾਰਿਸ਼ ਵੀ ਕਰੂੰਗੀ ਕੇਂਦਰ ਸਰਕਾਰ ਅੱਗੇ ਕਿ ਬਹੁਤ ਹੋ ਗਿਆ, ਪਲੀਜ਼ ਹੁਣ ਇਹਨਾਂ ਦੀਆਂ ਪ੍ਰੋਬਲਮ ਸੋਲਵ ਕਰ ਦਿਓ।
ਅੱਛਾ, ਜਿਵੇਂ ਕੱਲ ਕੇਜਰੀਵਾਲ ਸਾਹਿਬ ਕਹਿ ਰਹੇ ਸਨ ਕਿ ਦਿੱਲੀ ਦੇ ਵਿੱਚ ਜਿਹੜੀ ਆਕਸੀਜਨ ਦੀ ਵੱਡੀ ਮਾਤਰਾ ਦੀ ਲੋੜ ਹੈ, ਕਿਉਂਕਿ ਕੱਲ ਪਹਿਲੀ ਵਾਰ ਜਿਹੜੀ ਕੇਂਦਰ ਸਰਕਾਰ ਹੈ ਉਹਨਾਂ ਨੇ 700 ਟਨ ਦੇ ਕਰੀਬ ਹੈ ਜਿਹੜਾ ਆਕਸੀਜਨ ਦਿੱਲੀ ਦੇ ਵਿੱਚ ਭੇਜਿਆ ਤੇ ਅਪੀਲ ਕੀਤੀ ਹੈ ਕੇਜਰੀਵਾਲ ਸਾਹਿਬ ਨੇ ਕਿ ਅੱਗੇ ਵੀ ਜਿਹੜਾ ਇਹ ਆਕਸੀਜਨ ਹੈ ਉਹ ਮਤਲਬ ਆਉਂਦਾ ਰਹਿਣਾ ਚਾਹੀਦਾ, ਕਿਉਂਕਿ ਤਾਂ ਹੀ ਇਸ ਮਸਲੇ ਦਾ ਹੱਲ ਹੋ ਸਕਦਾ। ਪਹਿਲਾਂ ਉਹਨਾਂ ਨੇ ਕੇਜਰੀਵਾਲ ਸਾਹਿਬ ਨੇ ਇਲਜ਼ਾਮ ਵੀ ਲਾਇਆ ਕਿ ਕਈ ਕਈ ਸੂਬੇ ਨੇ ਉਹਨਾਂ ਦੇ ਵਿੱਚ ਜ਼ਿਆਦਾ ਜਿਹੜਾ ਆਕਸੀਜਨ ਦਿੱਤਾ ਜਾ ਰਿਹਾ, ਪਰ ਦਿੱਲੀ ਨੂੰ ਘੱਟ ਆਕਸੀਜਨ ਦਿੱਤਾ ਜਾ ਰਿਹਾ। ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ? ਹੁਣ ਬਠਿੰਡਾ ਵਿੱਚ ਰਾਮਾ ਮੰਡੀ ਰਿਫਾਈਨਰੀ ਚ ਦੇਖੋ ਕਿੰਨੀ ਵੇਸਟ ਹੋ ਰਹੀ ਹੈ ਆਕਸੀਜਨ। ਤੁਸੀਂ ਵੀ ਦੇਖੀ ਆ, ਜਾ ਕੇ ਲਾਈਵ ਦੇਖ ਸਕਦੇ ਹੋ, ਆਪਣਾ ਚੈਨਲ ਦੇ ਮਾਧਿਅਮ ਨਾਲ ਜਾ ਕੇ ਦੇਖਿਓ। ਤੇ ਜੇ ਅਗਰ ਅਸੀਂ ਉਹਨੂੰ ਸੇਵ ਕਰ ਸਕੀਏ ਜਾਂ ਕੁਝ ਟਾਈਮ ਦੇ ਲਈ ਅਸੀਂ ਜਾਨਾਂ ਬਚਾਉਣ ਦੇ ਲਈ ਯੂਜ਼ ਕਰ ਸਕੀਏ ਤਾਂ ਮੇਰੇ ਖਿਆਲ ਦੇ ਵਿੱਚ ਬਹੁਤ ਵਧੀਆ ਹੋਏਗਾ। ਕੇਜਰੀਵਾਲ ਸਾਹਿਬ ਤਾਂ ਆਮ ਇਨਸਾਨ ਦੀ ਗੱਲ ਕਰ ਰਹੇ ਨੇ, ਜ਼ਿੰਦਗੀਆਂ ਬਚਾਉਣ ਦੀ ਗੱਲ ਕਰ ਰਹੇ ਨੇ, ਤੇ ਮੇਰੇ ਖਿਆਲ 'ਚ ਕੇਂਦਰ ਸਰਕਾਰ ਨੂੰ ਜੋ ਹੈਲਪ ਕਰ ਰਹੀ ਰਹੇ ਜਾਂ ਕਰਨੀ ਵੀ ਚਾਹੀਦੀ ਆ, ਕਿਉਂਕਿ ਇਨਸਾਨੀਅਤ ਨੂੰ ਬਚਾਉਣਾ, ਜ਼ਿੰਦਗੀਆਂ ਬਚਾਉਣਾ ਸਭ ਤੋਂ ਪਹਿਲੀ ਗੱਲ ਆ। ਪਾਰਟੀਬਾਜ਼ੀ ਦੂਰ ਦੀ ਗੱਲ ਆ, ਸਰਕਾਰਾਂ ਸੱਤਾ 'ਚ ਲਿਆਉਣੀਆਂ ਬਾਅਦ ਦੀ ਗੱਲ ਆ। ਪਹਿਲਾਂ ਇਨਸਾਨ ਦੀ ਜਿਹੜੀ ਜਿੰਦ ਜਾਨ ਆ ਜਾਂ ਜਾਨ ਬਚਾਉਣੀ ਸਭ ਤੋਂ ਵੱਡੀ ਗੱਲ ਆ। ਤੇ ਮੇਰੇ ਖਿਆਲ 'ਚ ਕੇਜਰੀਵਾਲ ਸਾਹਿਬ ਆਪਣੀ ਜਗ੍ਹਾ ਤੇ ਰਾਈਟ ਸੀ, ਤੇ ਹੁਣ ਅਗਰ ਉਹਨਾਂ ਨੂੰ ਸਪੋਰਟ ਮਿਲ ਵੀ ਰਹੀ ਆ ਤੇ ਬਹੁਤ ਵਧੀਆ ਗੱਲ ਆ। ਤੇ ਕੇਜਰੀਵਾਲ ਸਾਹਿਬ ਤਾਂ ਦਿਨ ਰਾਤ ਕਰ ਹੀ ਰਹੇ ਆ ਇਨਸਾਨੀਅਤ ਦੀ ਸੇਵਾ ਜਿੰਨੀ ਵੀ ਕਰ ਸਕਦੇ ਨੇ। ਜੀ, ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਸ਼ੁਕਰੀਆ। ਬਹੁਤ ਚੰਗਾ ਲੱਗਿਆ ਗੱਲਬਾਤ ਕਰਕੇ। ਤੁਸੀਂ ਜਿਹੜੇ ਖਾਸ ਮੁੱਦੇ ਸੀ ਉਹਨਾਂ ਤੇ ਬੇਬਾਕੀ ਦੇ ਨਾਲ ਆਪਣੀ ਰਾਏ ਰੱਖੀ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਮਾਂ ਦਿੱਤਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਇਹ ਸਨ ਸਾਡੇ ਨਾਲ ਅਦਾਕਾਰਾ ਤੇਜੀ ਸੰਧੂ, ਤੇ ਹੁਣੀ ਥੋੜਾ ਸਮਾਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਇਹ ਸ਼ਾਮਲ ਹੋਏ ਨੇ। ਜਿਹੜਾ ਲੁਧਿਆਣਾ ਇਲਾਕਾ ਹੈ, ਸਿਮਰਜੀਤ ਸਿੰਘ ਬੈਂਸ ਹੋਰਾਂ ਦਾ ਗੜ੍ਹ ਮੰਨਿਆ ਜਾਂਦਾ, ਉੱਥੋਂ ਦੇ ਵਸਨੀਕ ਨੇ। ਪਹਿਲਾਂ ਫਿਲਮ ਇੰਡਸਟਰੀ ਦੇ ਵਿੱਚ ਕਾਫੀ ਸਮਾਂ ਕੰਮ ਕੀਤਾ ਤੇ ਹੁਣ ਅੱਜ ਕੱਲ੍ਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ। ਇੱਕ ਖਬਰ ਹੈ ਜਿਹੜੀ ਆਸਟ੍ਰੇਲੀਆ ਤੋਂ, ਚੰਗੀ ਖਬਰ ਇਹ ਆਈ ਹੈ ਕਿ ਜਿਹੜੀ ਆਸਟ੍ਰੇਲੀਆ ਸਰਕਾਰ ਨੇ 15 ਮਈ ਤੱਕ ਜਿਹੜੀਆਂ ਇੰਡੀਅਨ ਫਲਾਈਟਸ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ, ਤੇ ਹੁਣ ਸਰਕਾਰ ਨੇ ਇਹ ਫੈਸਲਾ ਕੀਤਾ ਕਿ 15 ਮਈ ਤੋਂ ਅੱਗੇ ਜਿਹੜੀ ਇਹ ਨਹੀਂ ਵਧਾਇਆ ਜਾਏਗਾ। ਇਹ ਫੈਸਲਾ ਜਿਹੜਾ ਹੁਣ ਆਸਟ੍ਰੇਲੀਆ ਸਰਕਾਰ ਨੇ ਲਿਆ, ਦੱਸਦੀ ਹੈ ਕਿ ਪਹਿਲਾਂ ਜਿਹੜਾ ਫੈਸਲਾ ਲਿਆ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜੇਕਰ ਉਹਨਾਂ ਦੀਆਂ ਹਦਾਇਤਾਂ ਨੂੰ ਜਿਹੜੇ ਮਨਜ਼ੂਰ ਨਹੀਂ ਕੀਤਾ ਜਾਂਦਾ, ਕਬੂਲ ਨਹੀਂ ਕੀਤਾ ਜਾਂਦਾ, ਤਾਂ ਉਹਨਾਂ ਤੇ ਜੁਰਮਾਨਾ ਤੇ ਜੇਲ੍ਹ ਵੀ ਜਾਇਆ ਜਾ ਸਕਦਾ, ਜਿਸ ਦੇ ਕਾਰਨ ਆਸਟ੍ਰੇਲੀਆਈ ਸਰਕਾਰ ਦਾ ਕਾਫੀ ਵੱਡੇ ਪੱਧਰ ਤੇ ਵਿਰੋਧ ਹੋਇਆ ਸੀ। ਉਸ ਤੋਂ ਬਾਅਦ ਹੁਣ ਜਿਹੜੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਸਕਾਟ ਮੋਰਿਸਨ, ਉਹਨਾਂ ਨੇ ਫੈਸਲਾ ਲਿਆ ਕਿ ਜਿਹੜਾ ਇਹ ਫੈਸਲਾ ਭਾਰਤੀ ਫਲਾਈਟਾਂ ਨੂੰ ਬੰਦ ਕਰਨ ਦਾ, ਹੁਣ 15 ਮਈ ਤੱਕ ਫਲਾਈਟਾਂ ਨੇ ਜਿਹੜੀਆਂ ਉਹ ਬੰਦ ਰਹਿਣਗੀਆਂ। ਉਸ ਤੋਂ ਬਾਅਦ ਫਲਾਈਟਸ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਜਾਵੇਗੀ। ਜਿਹੜੇ ਭਾਰਤ ਦੇ ਵਿੱਚ ਆਸਟ੍ਰੇਲੀਆਈ ਨਾਗਰਿਕ ਨੇ ਉਹਨਾਂ ਨੂੰ ਭੇਜਣ ਦੀ ਇਜਾਜ਼ਤ ਦਿੱਤੀ ਜਾਵੇਗੀ। ਬਸ ਸ਼ਰਤ ਇਹ ਹੋਵੇਗੀ ਕਿ ਜਿਹੜੀ ਉਹਨਾਂ ਦੀ ਕਰੋਨਾ ਰਿਪੋਰਟ ਹੈ ਉਹ ਉਸ ਦੀ ਰਿਪੋਰਟ ਹੈ ਜਿਹੜੀ ਉਸ ਨੂੰ ਸੌਂਪਣੀ ਜ਼ਰੂਰੀ ਹੋਵੇਗੀ। ਇਸ ਜਹਾਜ਼ ਦੇ ਵਿੱਚ ਚੜ੍ਹਨ ਤੋਂ ਪਹਿਲਾਂ ਜਿਹੜੀ ਰਿਪੋਰਟ ਹੈ ਉਹ ਜਿਹੜੀ ਨੈਗੇਟਿਵ ਰਿਪੋਰਟ ਆ ਉਹ ਦੇਣੀ ਜ਼ਰੂਰੀ ਹੋਵੇਗੀ। ਜਿਹੜੀ ਆਸਟ੍ਰੇਲੀਆਈ ਸਰਕਾਰ ਆ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਭਾਰਤ ਦੇ ਵਿੱਚ ਹੁਣ ਆਸਟ੍ਰੇਲੀਆਈ ਨਾਗਰਿਕ ਰਹਿ ਰਹੇ ਨੇ ਉਹਨਾਂ ਦੀ ਜਿਹੜੀ ਰਿਪੋਰਟ ਹੈ, ਕਰੋਨਾ ਦੀ ਰਿਪੋਰਟ ਨੈਗੇਟਿਵ ਆ ਜਾਂ ਪੋਜ਼ਿਟਿਵ ਆ, ਉਸ ਬਾਰੇ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ। ਪਰ ਇਸ ਦੇ ਚੱਲਦਿਆਂ ਹੁਣ ਚੰਗੀ ਖਬਰ ਇਹ ਹੈ ਕਿ ਕਿਉਂਕਿ ਕਾਫੀ ਨੈਗੇਟਿਵਿਟੀ ਹੈ ਜਿਹੜੀ ਉਹ ਪੈਦਾ ਹੋਈ ਸੀ, ਆਸਟ੍ਰੇਲੀਆਈ ਸਰਕਾਰ ਨੇ ਪਹਿਲੀ ਵਾਰ ਅਜਿਹਾ ਫੈਸਲਾ ਲਿਆ ਸੀ ਕਿ ਜੇਕਰ ਕੋਈ ਵਿਅਕਤੀ 14 ਦਿਨ ਭਾਰਤ ਦੇ ਵਿੱਚ ਰਹਿ ਕੇ ਆਇਆ ਤਾਂ ਉਹਨਾਂ ਨੂੰ ਕਰੋਨਾ ਦੀ ਰਿਪੋਰਟ ਕਰਾਉਣੀ ਪੈਣੀ ਹੈ, ਤੇ ਜਿਹੜਾ ਨਿਯਮਾਂ ਦੀ ਉਲੰਘਣਾ ਕਰੇਗਾ ਉਹਨਾਂ ਨੂੰ ਜੇਲ੍ਹ ਤੇ ਜੁਰਮਾਨਾ ਵੀ ਹੋ ਸਕਦਾ ਹੈ। ਇਹ ਪਹਿਲੀ ਵਾਰ ਅਜਿਹਾ ਫੈਸਲਾ ਜਿਹੜਾ ਆਸਟ੍ਰੇਲੀਆਈ ਸਰਕਾਰ ਵੱਲੋਂ ਲਿਆ ਗਿਆ ਸੀ। ਤੇ ਹੁਣ ਨਵੀਂ ਅਪਡੇਟ ਆਸਟ੍ਰੇਲੀਆ ਤੋਂ ਇਹ ਆਈ ਹੈ ਕਿ ਸਕਾਟ ਮੋਰਿਸਨ ਨੇ ਐਲਾਨ ਕਰ ਦਿੱਤਾ ਕਿ ਜਿਹੜੀਆਂ ਇਹ ਪਾਬੰਦੀਆਂ ਨੇ, ਭਾਰਤ ਤੋਂ ਆਉਣ ਵਾਲੀਆਂ ਸਾਰੀਆਂ ਫਲਾਈਟਸ ਨੂੰ ਬੰਦ ਕਰ ਦਿੱਤਾ ਗਿਆ ਸੀ 15 ਮਈ ਤੱਕ, ਤੇ ਹੁਣ ਇਹ ਫੈਸਲਾ ਹੈ ਕਿ 15 ਮਈ ਤੋਂ ਜਿਹੜੀਆਂ ਫਲਾਈਟਸ ਦਾ ਅੱਗੇ ਵਧਾਉਣ ਦਾ ਫੈਸਲਾ ਨਹੀਂ ਕੀਤਾ ਗਿਆ, ਸਿਰਫ ਫਲਾਈਟਸ 15 ਮਈ ਤੱਕ ਬੰਦ ਰਹਿਣਗੀਆਂ। ਉਸ ਤੋਂ ਬਾਅਦ ਖੋਲ੍ਹਣ ਦਾ ਐਲਾਨ ਕੀਤਾ ਗਿਆ, ਤੇ ਨਾਲ ਦੀ ਨਾਲ ਇਹ ਵੀ ਦੱਸਿਆ ਗਿਆ ਕਿ ਇਸ ਮੰਥ ਦੇ ਅਖੀਰ ਦੇ ਵਿੱਚ ਜਿਹੜੀਆਂ ਆਸਟ੍ਰੇਲੀਆਈ ਫਲਾਈਟਸ ਨੇ ਉਹ ਭਾਰਤ ਦੇ ਵਿੱਚ ਆਉਣੀਆਂ ਸ਼ੁਰੂ ਹੋ ਜਾਣਗੀਆਂ, ਤੇ ਜਿਹੜੇ ਨਾਗਰਿਕ ਨੇ ਉਹ ਜਾਣੇ ਸ਼ੁਰੂ ਹੋ ਜਾਣਗੇ। ਦੱਸਦੇ ਕਿ ਬੀਤੇ ਦਿਨੀ ਜਿਹੜੇ ਵੀ ਆਸਟ੍ਰੇਲੀਆ ਦੇ ਵਿੱਚ ਸਟੂਡੈਂਟਸ ਸੀ ਜਿਹੜੇ ਪੜ੍ਹਨ ਦੇ ਲਈ ਗਏ ਹੋਏ ਸੀ, ਉਹਨਾਂ ਨੇ ਵੀ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਵੱਡੇ ਪੱਧਰ ਤੇ ਪ੍ਰੋਟੈਸਟ ਕੀਤਾ ਸੀ ਤੇ ਅਪੀਲ ਕੀਤੀ ਸੀ ਕਿ ਸਾਨੂੰ ਵੀ ਜਿਹੜਾ ਮੌਕਾ ਦਿੱਤਾ ਜਾਵੇ, ਕਿਉਂਕਿ ਸਾਡਾ ਜਿਹੜਾ ਪੜ੍ਹਾਈ ਦਾ ਨੁਕਸਾਨ ਹੈ ਉਹ ਵੱਡੇ ਪੱਧਰ ਤੇ ਹੋ ਰਿਹਾ। ਤੇ ਦੂਸਰੇ ਪਾਸੇ ਇਹ ਆਸਟ੍ਰੇਲੀਆ ਦੀ ਗੱਲ ਸੀ, ਦੂਸਰੇ ਪਾਸੇ ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ ਹਰਿਆਣਾ ਦੇ ਵਿੱਚ 1 ਨਹੀਂ 2 ਨਹੀਂ 4 ਨਹੀਂ, ਬਹੁਤ ਸਾਰੀਆਂ ਮੌਤਾਂ ਪਿਛਲੇ
ਕਈ ਦਿਨਾਂ ਦੇ ਵਿੱਚ ਹੋ ਚੁੱਕੀਆਂ ਨੇ। 3-4 ਦਿਨਾਂ ਦੇ ਵਿੱਚ 20 ਤੋਂ 22 ਦੀ ਮੌਤਾਂ ਦਾ ਅੰਕੜਾ ਜਿਹੜਾ ਉਹ ਸਾਹਮਣੇ ਆਇਆ। ਇੱਕ ਪਿੰਡ ਦੇ ਹਰਿਆਣਾ ਦਾ ਟਿਟੋਲੀ ਪਿੰਡ ਹੈ ਜਿੱਥੇ ਇਹ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇੱਕ ਦਿਨ ਦੇ ਵਿੱਚ 6 ਤੋਂ 7 ਮੌਤਾਂ ਹੋਈਆਂ, ਫਿਰ ਦੂਸਰੇ ਦਿਨ 5 ਤੋਂ 4 ਮੌਤਾਂ ਹੋਈਆਂ। ਅਜਿਹੀਆਂ ਖਬਰਾਂ ਨੇ ਜਿਹੜੀਆਂ ਨੇ ਕਰੋਨਾ ਦੇ ਕਾਰਨ ਉੱਥੇ ਜਿਹੜਾ ਇੱਕ ਕਹਿਰ ਮਚਿਆ ਹੋਇਆ ਤੇ ਲੋਕਾਂ ਦੀ ਬੁਖਾਰ ਚੜ੍ਹਨ ਤੇ ਇਸ ਤਰ੍ਹਾਂ ਦੇ ਲੱਛਣਾਂ ਦੇ ਨਾਲ ਲਗਾਤਾਰ ਮੌਤਾਂ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਦੱਸ ਦਈਏ ਕਿ ਜਿਹੜਾ ਹਰਿਆਣਾ ਦਾ ਟਟੋਲੀ ਪਿੰਡ ਹੈ ਜਿੱਥੇ ਦੇ ਸਰਪੰਚ ਤੇ ਜਾਂਚ ਅਧਿਕਾਰੀ ਨਾਲ ਅਸੀਂ ਗੱਲਬਾਤ ਕੀਤੀ ਤੇ ਤੁਹਾਨੂੰ ਸੁਣਾ ਦਿੰਦੇ ਹਾਂ ਕਿ सरपंच होरां दा की कहना है। मैं गाँव टिटोली से सरपंच प्रतिनिधि सुरेश कुमार बोल रहा हूँ जी। हमारे गांव में कोरोना महामारी के कारण खूब फैला हुआ पूरा, लगभग 4-5 दिन में 20-22 मौतें हो चुकी हैं। हमने कई बार लगभग 4-5 बार मनादी करवा चुके हैं कि मास्क लगाओ, दूरी बनाए रखो, फिर लोग जागरूक कम हो रहे हैं। थोड़ा हम तो ये कह रहे हैं कि प्रशासन और गांव की तरफ ध्यान देना चाहिए, हमारे गांव की तरफ किसी कारण बच जावा। ਇਹ ਸਨ ਟਟੋਲੀ ਪਿੰਡ ਦੇ ਜਿਹੜੇ ਸਰਪੰਚ ਨੇ ਜਿਹੜੇ ਕਿ ਜਾਣਕਾਰੀ ਦੇ ਰਹੇ ਸਨ ਕਿ ਕਈ ਮੌਤਾਂ ਉਹਨਾਂ ਦੇ ਪਿੰਡ ਦੇ ਵਿੱਚ ਹੋਈਆਂ ਨੇ। ਜਿਹੜੇ ਅੱਜ ਦਾ ਪ੍ਰੋਗਰਾਮ ਦਾ ਸਮਾਂ ਉਹ ਸਮਾਪਤ ਹੋ ਚੁੱਕਿਆ। ਹੁਣ ਜਿਹੜੀ ਮੁਲਾਕਾਤ ਹੋਣੀ ਆ ਉਹ ਅਗਲੇ ਮੰਗਲਵਾਰ ਸ਼ਾਮੀ 7 ਵਜੇ ਹੋਣੀ ਹੈ। ਉਦੋਂ ਤੱਕ ਦਿਓ ਇਜਾਜ਼ਤ, ਰੱਬ ਰਾਖਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।